ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਅਰਥ ਸ਼ਾਸਤਰੀ ਡਾਕਟਰ ਰਣਜੀਤ ਸਿੰਘ ਘੁੰਮਣ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਉਸ ਖਬਰ ਦੇ ਉੱਤੇ ਜਿਨੇ ਪੰਜਾਬ ਦੀ ਸਿਆਸਤ ਹੀ ਨਹੀਂ, ਪੂਰੇ ਮੁਲਕ ਦੇ ਸੂਬਿਆਂ ਦੀ ਸਿਆਸਤ ਦੇ ਵਿੱਚ ਜਿੱਥੇ ਵੀ ਵਿਰੋਧੀ ਪਾਰਟੀਆਂ ਨੇ ਉੱਥੋਂ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਕਿ ਕੇਂਦਰ ਸਰਕਾਰ ਨੇ ਜਿਹੜੀ ਲੋਨ ਲਿਮਟ ਹੈ ਜਾਂ ਜਿਹੜੇ ਸੂਬਿਆਂ ਦੇ ਖਰਚੇ ਨੇ ਉਹਨਾਂ ਦੇ ਉੱਤੇ ਜੋ ਕੇਂਦਰ ਆਪਣੇ ਵੱਲੋਂ ਪੈਸਾ ਦਿੰਦਾ ਆ ਉਹ 'ਚ ਕਟੌਤੀ ਕੀਤੀ ਹੈ। ਕਾਫੀ ਰੌਲਾ ਰੱਪਾ ਪੈ ਰਿਹਾ। ਪੰਜਾਬ ਦੇ ਸੰਦਰਭ ਵਿੱਚ ਗੱਲਬਾਤ ਕਰਾਂਗੇ ਕਿ ਆਖਿਰਕਾਰ ਇਹ ਜਿਹੜੀ ਹਜ਼ਾਰਾਂ ਕਰੋੜ ਦੀ ਲੋਨ ਲਿਮਟ ਦੇ ਕਾਟ ਮਾਰੀ ਗਈ ਹੈ ਉਹਦਾ ਪੰਜਾਬ ਤੇ ਕੀ ਅਸਰ ਪੈਣਾ ਹੈ। ਫਿਰ ਅਸੀਂ ਇਹਦੇ ਹੱਲ ਵੱਲ ਵੀ ਤੁਰਾਂਗੇ। ਪਹਿਲਾਂ ਇਸ ਸਮੱਸਿਆ ਨੂੰ ਸਮਝ ਲਈਏ ਕਿ ਆਖਿਰਕਾਰ ਇਹ ਸਮੱਸਿਆ ਕੀ ਹੈ, ਇਹਦੇ ਵਿੱਚ ਸੂਬਾ ਸਰਕਾਰ ਕੀ ਕਰ ਸਕਦੀ ਹੈ, ਉਸ ਉੱਤੇ ਅਸੀਂ ਗੱਲਬਾਤ ਤੋਰਾਂਗੇ। ਸਰ ਸਵਾਗਤ ਹੈ ਜੀ ਤੁਹਾਡਾ। ਮੈਂ ਚਾਹਾਂਗਾ ਕਿ ਗੱਲਬਾਤ ਇਸ ਸਵਾਲ ਦੇ ਨਾਲ ਹੀ ਥੈਂਕ ਯੂ ਸੁਖਿੰਦਰ ਜੀ, ਥੈਂਕ ਯੂ ਜੀ, ਧੰਨਵਾਦ। ਮੈਂ ਚਾਹਾਂਗਾ ਕਿ ਸ਼ੁਰੂਆਤ ਇੱਥੋਂ ਹੀ ਕਰੀਏ ਕਿ ਆਖਿਰਕਾਰ ਇਹ ਪੂਰਾ ਰੇੜਕਾ ਕੀ ਹੈ। ਦੇਖੋ, ਮਸਲਾ ਤਾਂ ਇਹ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੇਂਦਰ ਸਰਕਾਰ ਗਾਏ ਬਗਾਏ ਕਿਸੇ ਨਾ ਕਿਸੇ ਇਸ਼ੂ ਨੂੰ ਲੈ ਕੇ ਜਿਹੜੇ ਨੌਨ ਕਾਂਗਰਸ ਸਟੇਟਸ ਨੇ, ਨੌਨ ਬੀਜੇਪੀ ਸਟੇਟਸ ਨੇ, ਉਹਨਾਂ ਦੇ ਕਿਸੇ ਨਾ ਕਿਸੇ ਰੂਪ 'ਚ ਕੋਈ ਆਨੇ ਬਹਾਨੇ ਕੋਈ ਕਟੌਤੀ ਲਾਉਂਦੀ ਰਹਿੰਦੀ। ਪਿਛਲੇ ਸਮੇਂ 'ਚ ਪਹਿਲਾਂ ਰੂਰਲ ਡਿਵੈਲਪਮੈਂਟ ਫੰਡ ਤੇ ਕਟੌਤੀ ਲਾਈ ਗਈ ਪੰਜਾਬ 'ਚ। ਫਿਰ ਹੁਣ ਲੇਟੈਸਟ ਅੱਜ ਦੇ ਅਖਬਾਰਾਂ 'ਚ ਇਹ ਖਬਰ ਛਾਇਆ ਹੋਈ ਹੈ ਕਿ ਸੈਂਟਰ ਨੇ ਬਾਰੋਇੰਗ ਲਿਮਟ ਜਿਹੜੀ ਹੈ ਪੰਜਾਬ ਦੀ ਉਹ 18,000 ਕਰ ਦਿੱਤੀ ਹੈ, ਜਦੋਂ ਕਿ ਉਸ ਤੋਂ ਪਹਿਲਾਂ ਪੰਜਾਬ ਨੇ ਸਾਰਾ ਕੁਝ ਜੋ ਸੈਂਟਰ ਨੇ ਕਿਹਾ ਸੀ ਉਹ ਮੰਨ ਲਿਆ ਸੀ ਤੇ GDP ਦਾ 3.5% ਜਿਹੜੀ ਹੈ ਉਹ ਸਟੇਟ ਆਪਣਾ ਕਰਜ਼ਾ ਲੈ ਸਕਦੀ ਸੀ, ਕਿਉਂਕਿ ਇਹਨਾਂ ਨੇ ਆਪਣੇ ਸੋਧਾਂ ਵੀ ਕਰ ਲਈਆਂ ਸੀ ਸੈਂਟਰ ਦੇ ਕਹਿਣ ਮੁਤਾਬਕ। ਹੁਣ ਜਦੋਂ ਕਿ 18,000 ਕਰੋੜ ਦੀ ਲਿਮਟ ਲਾ ਦਿੱਤੀ ਹੈ, ਉਸ ਤੋਂ ਵੱਧ ਕਰਜ਼ਾ ਨਹੀਂ ਲੈ ਸਕਦੇ, ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਸੈਂਟਰ ਦੇ ਮਨ ਵਿੱਚ ਫਿਰ ਪ੍ਰੋਬਲਮ ਹੈ। ਇਸ਼ੂ ਇਹ ਕਹੇ ਜਾ ਰਹੇ ਨੇ ਕਿ ਇੱਕ ਤਾਂ ਜਿਹੜੀ ਇਹਦੇ ਨਵੀਂ ਪੈਨਸ਼ਨ ਸਕੀਮ ਦਾ ਫੈਸਲਾ ਕੀਤਾ ਹੈ, ਉਸ ਕਰਕੇ ਇਹ ਪੈਨਸ਼ਨ ਸਕੀਮ ਦੇ ਵਿੱਚ ਪੰਜਾਬ ਦਾ ਜਿਹੜਾ ਕੇਂਦਰੀ ਪੈਨਸ਼ਨ ਫੰਡ ਹੈ ਉਹਦੇ ਵਿੱਚ ਜਿਹੜੀ ਪੈਨਸ਼ਨ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਆ ਉਹਦੇ ਵਿੱਚ ਪੈਸੇ ਜਮ੍ਹਾਂ ਨਹੀਂ ਕਰਾਉਣਗੇ, ਜਦੋਂ ਕਿ ਪੰਜਾਬ ਨੇ ਐਸਾ ਕੁਝ ਵੀ ਨਹੀਂ ਕਿਹਾ ਅਜੇ ਤੱਕ। ਹਾਂ, ਪੰਜਾਬ ਨੇ ਫੈਸਲਾ ਜ਼ਰੂਰ ਕੀਤਾ ਹੈ ਕਿ ਅਸੀਂ ਨਵੀਂ ਪੈਨਸ਼ਨ ਲਾਗੂ ਕਰਨੀ ਹੈ। ਇਹ ਫੈਸਲਾ ਇਹਨਾਂ ਨੇ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਵਾਅਦਾ ਵੀ ਸੀ ਤੇ ਹੁਣ ਬਾਅਦ ਵਿੱਚ ਇਹਨਾਂ ਨੇ ਫੈਸਲਾ ਵੀ ਕਰ ਲਿਆ। ਇੱਕ ਤਾਂ ਇਹ। ਦੂਜਾ ਕਹਿੰਦੇ ਨੇ ਕਿ ਜਿਹੜਾ ਕੇਂਦਰ ਸਰਕਾਰ ਦਾ ਆਯੁਸ਼ਮਾਨ ਭਾਰਤ ਹੈਲਥ ਵੈਲਫੇਅਰ ਹੈ ਉਹਦੀ ਜਗ੍ਹਾ ਤੇ ਇਹ ਖੋਲ ਰਹੇ ਨੇ ਮੁਹੱਲਾ ਕਲੀਨਿਕ ਤੇ ਨਾਲ CM ਦੀਆਂ ਫੋਟੋਆਂ ਲਾ ਰਹੇ ਨੇ। ਇਹ ਮਸਲੇ ਨੇ ਤੇ ਇਹਦੇ ਨਾਲ ਨਾਲ ਕੁਝ ਹੋਰ ਵੀ ਜਿਹੜਾ ਹੈ ਉਹ ਮਸਲੇ ਇਹਨਾਂ ਨੇ ਕ੍ਰੀਏਟ ਕੀਤੇ ਨੇ, ਜਿਹਦੇ ਵਿੱਚ ਕੋਈ ਕਹਿੰਦਾ ਕਿ ਪਹਿਲਾਂ 2600 ਕਰੋੜ ਦਾ ਸਪੈਸ਼ਲ ਅਸਿਸਟੈਂਸ ਗ੍ਰਾਂਟ ਵੀ ਘਟਾਈ ਹੈ, ਉਹਦੇ ਨਾਲ 800 ਕਰੋੜ ਗ੍ਰਾਂਟ ਨੈਸ਼ਨਲ ਹੈਲਥ ਮਿਸ਼ਨ ਜਿਹੜਾ ਉਹਦੇ ਅੰਡਰ ਘਟੀ ਹੈ। ਸੋ ਇਹ ਕੁਝ ਇਸ਼ੂਜ਼ ਨੇ, ਪਰ ਇਹਦੇ ਨਾਲ ਨਾਲ ਅੱਜ ਹੀ ਅਖਬਾਰਾਂ ਵਿੱਚ ਇਹ ਵੀ ਖਬਰ ਛਾਇਆ ਹੋਈ ਹੈ ਕਿ ਕੇਰਲਾ ਦਾ ਵੀ ਦੇ ਘਟਾਏ ਹੈ ਬਾਰੋਇੰਗ ਲਿਮਟ, ਤੇ ਨਾਲ ਜਿਹੜਾ ਕੇਰਲਾ ਤੋਂ ਇਲਾਵਾ ਹੋਰ ਕੁਝ ਸਟੇਟਾਂ ਦਾ ਵੀ ਬਾਰੋਇੰਗ ਲਿਮਟ ਜਿਹੜੀ ਹਿਮਾਚਲ ਪ੍ਰਦੇਸ਼ ਦੀ। ਹੁਣ ਕੇਰਲਾ ਵੀ ਨੌਨ BJP ਸਟੇਟ ਹੈ, ਹਿਮਾਚਲ 'ਚ ਹੁਣੇ ਕਾਂਗਰਸ ਦੀ ਸਰਕਾਰ ਬਣੀ ਹੈ। ਤਾਂ ਇਹਦੇ ਨਾਲ ਇਹ ਸਾਰਾ ਇਸ਼ੂ ਜਿਹੜਾ ਨਾ ਇਹਦੇ ਵਿੱਚ ਕੁਛ ਨਾ ਕੁਛ ਕਿੰਤੂ ਪਰੰਤੂ ਜਿਹੜੇ ਆ ਜਾਂ ਕੁਐਸਚਨ ਮਾਰਕ ਹੈ ਉਹ ਲੱਗਦਾ ਹੈ ਕਿ ਕੀ ਬਾਕੀ ਦੀਆਂ ਜਿਹੜੀਆਂ 28 ਮਤਲਬ ਇਹ ਸਟੇਟਾਂ ਨੇ, 28 ਸਟੇਟਾਂ ਵਿੱਚੋਂ ਜਿਹੜੀਆਂ ਨੌਨ BJP ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਛੱਡ ਕੇ ਜਿਹੜੀਆਂ BJP ਰੂਲਡ ਸਰਕਾਰਾਂ ਨੇ, ਕੀ ਉੱਥੇ ਇਸ ਤਰ੍ਹਾਂ ਦੀ ਕੋਈ ਜਿਹੜੀ ਪ੍ਰੋਬਲਮ ਨਹੀਂ ਆ ਰਹੀ, ਕਿ ਉਹ ਆਪਣੇ ਕੇਂਦਰ ਦੇ ਰੂਲ ਕੋਈ ਵਾਇਓਲੇਟ ਨਹੀਂ ਕਰ ਰਹੇ। ਇੱਕ ਤਾਂ ਇਹ ਇਸ਼ੂ ਹੈ। ਦੂਜਾ ਕਿ ਕੀ ਇਸ ਨੂੰ ਜਿਹੜਾ ਰਾਜਾਂ ਦੀ ਖੁਦ ਮੁਖਤਾਰੀ ਤੇ ਇੱਕ ਕੁਐਸਚਨ ਮਾਰਕ ਲੱਗਦਾ ਹੈ ਕਿ ਕੀ ਰਾਜ ਹੁਣ ਇੰਨਾ ਵੀ ਨਹੀਂ ਕਰ ਸਕਦੇ ਕਿ ਉਹ ਆਪਣੇ ਮੁਤਾਬਕ, ਆਪਣੇ ਲੋੜਾਂ ਮੁਤਾਬਕ, ਰੂਰਲ ਲੋੜਾਂ ਮੁਤਾਬਕ ਹੈਲਥ ਸਿਸਟਮ ਨੂੰ ਆਪਣੇ ਆਪ ਚਲਾ ਸਕਣ, ਜਾਂ ਜੇ ਉਹਨਾਂ ਨੇ ਪੈਨਸ਼ਨ ਫੰਡ ਕ੍ਰੀਏਟ ਕੀਤਾ ਹੈ ਸੈਂਟਰ ਨੇ, ਤਾਂ ਮੈਨੂੰ ਲੱਗਦਾ ਕਿ ਉਹਦੇ ਵਿੱਚੋਂ ਜੇ ਕੁਝ ਸਟੇਟਾਂ ਚਾਹੁੰਦੀਆਂ ਨੇ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਨੀ ਹੈ, ਤਾਂ ਫਿਰ ਕੁਦਰਤੀ ਹੈ ਕਿ ਉਹ
ਕੇਂਦਰੀ ਜਿਹੜੀ ਪੈਨਸ਼ਨ ਡਿਵੈਲਪਮੈਂਟ ਅਥਾਰਟੀ ਕੋਲ ਆਪਣੇ ਪੈਸੇ ਨਹੀਂ ਜਮ੍ਹਾਂ ਕਰਾਉਣਗੇ। ਔਰ ਮੇਰੇ ਖਿਆਲ 'ਚ ਹੈ ਕਿ ਜੇ ਉਹ ਦੋਵੇਂ ਪਾਸੇ ਕਿਵੇਂ ਕਰ ਸਕਦੇ ਨੇ ਕਿ ਉਹ ਨਵੀਂ ਪੁਰਾਣੀ ਪੈਨਸ਼ਨ ਵੀ ਦੇਣ ਤੇ ਨਵੀਂ ਪੈਨਸ਼ਨ ਲਈ ਵੀ ਕੰਟਰੀਬਿਊਟ ਕਰਦੇ ਰਹਿਣ, ਤੇ ਨਾ ਹੀ ਇੰਪਲਾਈਜ਼ ਇਹ ਕਰ ਸਕਦੇ ਨੇ, ਕਿਉਂਕਿ ਪੁਰਾਣੀ ਪੈਨਸ਼ਨ 'ਚ ਇੰਪਲਾਈਜ਼ ਨੇ ਕੁਝ ਵੀ ਕੰਟਰੀਬਿਊਟ ਨਹੀਂ ਕਰਨਾ ਹੈ, ਨਵੀਂ ਪੈਨਸ਼ਨ 'ਚ ਇੰਪਲਾਈਜ਼ ਨੇ 10% ਕੰਟਰੀਬਿਊਟ ਕਰਨਾ ਹੈ ਔਰ ਸਰਕਾਰ ਨੇ 14% ਕਰਨਾ ਹੈ। ਸੋ ਸਰਕਾਰ ਇਹ ਦੋ ਕੰਮ ਕਿਵੇਂ ਅਫੋਰਡ ਕਰੇਗੀ, ਖਾਸ ਕਰਕੇ ਪੰਜਾਬ ਜਿੱਥੇ ਕਿ ਪਹਿਲਾਂ ਹੀ ਵਿੱਤੀ ਸੰਕਟ ਜਿਹੜਾ ਉਹ ਚੱਲ ਰਿਹਾ ਤੇ ਪਹਿਲਾਂ ਹੀ ਵਿੱਤੀ ਘਾਟਾ ਜਿਹੜਾ ਈਵਨ ਅਪ੍ਰੈਲ ਦਾ ਹੀ ਦੇਖ ਲਓ, ਇਸ ਅਪ੍ਰੈਲ ਦਾ ਤੇ ਪਿਛਲੇ ਸਾਲ ਦੀ ਅਪ੍ਰੈਲ ਦਾ, ਉਹਦੇ ਵਿੱਚ ਕਾਫੀ ਵਿੱਤੀ ਘਾਟਾ ਜਿਹੜਾ ਉਹ ਵਧਿਆ ਹੈ, 1412 ਕਰੋੜ ਦਾ ਹੋ ਗਿਆ, ਜਦੋਂ ਕਿ ਪਿਛਲੇ ਸਾਲ ਇਹ 420 ਕਰੋੜ ਦਾ ਸੀਗਾ। ਸੋ ਇਹ ਸਾਰਾ ਕੁਝ ਚੱਲਦੇ ਹੋਏ ਇਸੇ ਤਰ੍ਹਾਂ ਜਿਹੜਾ ਹੈ ਕਿ ਤੁਸੀਂ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਕਿ ਸਾਲ ਦਾ ਕੋਈ 3000 ਕਰੋੜ ਬਣਨਾ ਹੈ, ਉਹ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਫਿਰ ਜਿਹੜਾ ਇਹ 3000 ਕਰੋੜ ਰੁਪਈਆ ਤੁਹਾਡਾ ਪੈਨਸ਼ਨ ਫੰਡ 'ਚ ਜਾਣਾ ਉਹ ਨਹੀਂ ਦੇ ਰਹੇ। ਇਹ ਸਰਕਾਰ, ਕੇਂਦਰ ਸਰਕਾਰ ਦੀ ਜਿਹੜੀ ਹੈ, ਮੈਨੂੰ ਲੱਗਦਾ ਕਿ ਸਟੇਟਾਂ ਨੂੰ ਜਿਸ ਵੇਲੇ ਇਹ ਨਵੀਂ ਪੈਨਸ਼ਨ ਸ਼ੁਰੂ ਕੀਤੀ ਸੀ 2004 ਦੇ ਵਿੱਚ, ਉਸ ਸਮੇਂ ਸਟੇਟਾਂ ਨੂੰ ਸਾਰੀਆਂ ਨੂੰ ਇਕੱਠੇ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਸੀ ਕਿ ਤੁਸੀਂ ਜੇ ਕਰਨੀ ਵੀ ਆ ਤਾਂ ਸਟੇਟਾਂ ਦੇ ਛੱਡ ਦਿਓ, ਕਿ ਕਿਹੜੀ ਸਟੇਟ ਨੇ ਕਰਨੀ, ਕਿ ਹਰ ਸਟੇਟ ਆਪਣਾ ਪੈਨਸ਼ਨ ਫੰਡ ਕ੍ਰੀਏਟ ਕਰੇ, ਕਿਉਂ ਵੀ ਹਰ ਚੀਜ਼ ਦਾ ਕੇਂਦਰੀਕਰਨ ਕਿਉਂ ਕਰੋ। ਹੁਣ ਜੇ ਦੇਖੋ, ਹੁਣ ਤਕਰੀਬਨ 20 ਸਾਲ ਹੋ ਗਏ ਨੇ, 19 ਸਾਲਾਂ ਬਾਅਦ ਇਹ ਮਹਿਸੂਸ ਹੋ ਰਿਹਾ ਕਿ ਜੇ ਇਹ ਫੰਡ ਸਟੇਟਾਂ ਕੋਲ ਹੁੰਦਾ ਤਾਂ ਸਟੇਟਾਂ ਆਪਦੀ ਮਰਜ਼ੀ ਨਾਲ ਇਹ ਫੰਡ ਯੂਜ਼ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰ ਲੈਣੀਆਂ। ਹੁਣ ਕੇਂਦਰ ਨੇ ਅੱਗੇ ਜਿਹੜੀ ਉਹ ਡਿਵੈਲਪਮੈਂਟ ਅਥਾਰਟੀ, ਪੈਨਸ਼ਨ ਡਿਵੈਲਪਮੈਂਟ ਅਥਾਰਟੀ ਫੰਡ ਹੈ, ਉਹਨੇ ਅੱਗੇ ਕਈ ਥਾਵਾਂ ਤੇ ਇਨਵੈਸਟ ਕੀਤਾ, ਉਹ ਵਾਪਸ ਨਹੀਂ ਕਰ ਸਕਦੇ, ਅਕਾਊਂਟ ਇੰਡੀਵਿਜੂਅਲ ਨੇ। ਇਹ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਨੇ, ਮੈਨੂੰ ਲੱਗਦਾ ਹੈ ਕਿ ਰਾਜ ਸਰਕਾਰਾਂ ਜਦੋਂ 2004 ਚ ਲਾਗੂ ਕੀਤੀ ਹੈ ਤਾਂ ਉਦੋਂ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਰਾਜ ਸਰਕਾਰਾਂ, ਉਹਨਾਂ ਨੂੰ ਦੂਰ, ਇੱਕ ਇਹ ਵੀ ਹੈ ਕਿ ਪੋਲੀਟੀਕਲ ਪਾਰਟੀਆਂ ਤੇ ਉਹਨਾਂ ਦੀ ਲੀਡਰਸ਼ਿਪ ਤੇ ਰਾਜ ਸਰਕਾਰਾਂ ਕੋਈ ਦੂਰ ਅੰਦੇਸ਼ੀ ਨਾਲ ਨਹੀਂ ਸੋਚਦੀਆਂ, ਜਿਵੇਂ ਨਾ ਮਾਈਓਪਿਕ ਵਿਊ ਲੈਂਦੀਆਂ ਨੇ, ਅੰਦਰਾਤਾ ਹੋਇਆ ਹੁੰਦਾ ਹੈ ਕਿ ਭਾਈ ਕੋਈ ਨਹੀਂ, ਇਹ ਨਹੀਂ ਦੇਖਦੇ ਕਿ ਲੌਂਗ ਰਨ ਕੀ ਉਹਦੀਆਂ ਇੰਪਲੀਕੇਸ਼ਨਸ ਹੋਣੀਆਂ ਨੇ। ਤੁਸੀਂ ਪਹਿਲਾਂ, ਹੁਣ ਉਹ ਤਾਂ ਚਲੋ ਪੈਨਸ਼ਨ ਫੰਡ ਤਾਂ ਪਹਿਲਾਂ ਕ੍ਰੀਏਟ ਹੋ ਗਿਆ, ਨਵੀਂ ਪੈਨਸ਼ਨ ਆ ਗਈ, ਪੁਰਾਣੀ ਪੈਨਸ਼ਨ ਬਹਾਲ ਕਰਨੀ ਹੈ ਤੇ ਕਿਵੇਂ ਕਰੋਗੇ। ਦੂਜਾ, GST ਤੁਸੀਂ ਇਸ BJP ਦੇ ਰੂਲ 2014 ਤੋਂ ਬਾਅਦ ਆ ਗਈ, ਉਹਦੇ ਨਾਲ ਤੁਹਾਡੀ ਸਟੇਟਾਂ ਦੀ ਇਕਨੋਮੀ, ਜਿਹੜੀ ਫਾਈਨੈਂਸ਼ੀਅਲ ਇਕਨੋਮੀ, ਕਾਫੀ ਖੋਰਾ ਲੱਗਿਆ। ਹੁਣ ਜਿਹੜਾ ਤੁਸੀਂ ਪੈਨਸ਼ਨ ਫੰਡ ਵੀ ਸੈਂਟਰਲਾਈਜ਼ ਕਰਤਾ, ਉਹਦੇ ਨਾਲ ਸਟੇਟਾਂ ਨੂੰ ਖੋਰਾ ਲੱਗਿਆ। ਇਹ ਸਾਰਾ ਕੁਝ ਮੈਨੂੰ ਲੱਗਦਾ ਹੈ ਕਿ ਸੰਘੀ ਢਾਂਚਾ ਤੇ ਸਟੇਟ ਇਕਨੋਮੀ ਜਿਹੜੀ ਹੈ ਉਸ ਤੇ ਅਟੈਕ ਹੈ, ਤੇ ਇਹ ਇਸ ਕਿਸਮ ਨਾਲ ਗਰਦਨ ਮਰੋੜ ਰਹੇ ਨੇ ਸਟੇਟਾਂ ਦੀ ਕਿ ਜੋ ਸੈਂਟਰ ਚਾਹੇ ਉਹੀ ਹੋਏ। ਫਿਰ ਸਟੇਟਾਂ ਦੀ ਇਕਨੋਮੀ ਜਿਹੜੀ ਹੈ ਕਿੱਥੇ ਹੋਈ, ਇਹ ਯੂਨੀਅਨ ਆਫ ਸਟੇਟਸ ਕਿੱਥੇ ਗਈ। ਸੋ ਇਹ ਜਿਹੜਾ ਕੰਸਟੀਟਿਊਸ਼ਨ ਜਿਹੜਾ ਬਹਾਨਾ ਤਾਂ ਕੋਈ ਨਾ ਕੋਈ ਲੱਭ ਹੀ ਲੈਂਦਾ ਸੈਂਟਰ, ਕੋਈ ਨਾ ਕੋਈ ਕਿਹਾ ਨਹੀਂ ਕੀਤਾ, ਉਹ ਨਹੀਂ ਕੀਤਾ। ਹਾਂ, ਮੈਂ ਬਜਾਤੇ ਖੁਦ ਵੀ ਮਹੱਲਾ ਕਲੀਨਿਕ ਦੇ ਉਲਟ ਹੈ, ਕਿਉਂਕਿ ਮੇਰਾ ਇਹ ਵਿਊ ਹੈ ਕਿ ਨਵੇਂ ਨਾਂ ਦੇ ਕੇ ਪੁਰਾਣੇ ਸਿਸਟਮ ਨੂੰ ਡਿਸਮੈਂਟਲ ਕਰਨਾ ਇਹ ਚੰਗੀ ਗੱਲ ਨਹੀਂ। ਕਿਉਂਕਿ ਇਹ ਵੀ ਖਬਰਾਂ ਆਈਆਂ ਨੇ ਕਿ ਜਿਹੜਾ ਤੁਹਾਡੇ ਡਿਸਪੈਂਸਰੀਆਂ, ਰੂਰਲ ਡਿਸਪੈਂਸਰੀਆਂ ਜਾਂ ਰੂਰਲ ਹਸਪਤਾਲ ਨੇ, ਉਹਨਾਂ ਚੋਂ ਸਟਾਫ ਕੱਢ ਕੇ ਮਹੱਲਾ ਕਲੀਨਿਕ 'ਚ ਲਿਜਾਇਆ ਜਾ ਰਿਹਾ। ਤੇ ਹੁਣ ਕੇਂਦਰ ਨੇ ਇਤਰਾਜ਼ ਕਰਤਾ ਕਿ ਵੀ ਆਪਾਂ ਇਨਵਾਈਟ ਕਿਉਂ ਕਰ ਰਹੇ ਹਾਂ, ਆਪਾਂ ਕਿਉਂ ਨਵੇਂ ਨਾਂ ਦੇ ਕੇ ਤੇ ਇਹ ਕੰਮ ਕਰ ਰਹੇ, ਤੁਸੀਂ ਪੁਰਾਣੇ ਜਿਹੜਾ ਹੈਲਥ ਸਿਸਟਮ ਆ ਉਹਨੂੰ ਕਿਉਂ ਨਹੀਂ ਸਟਰੈਂਥਨ ਕਰਦੇ। ਸੋ ਇਹ ਜਿਹੜਾ ਸਿਲਸਿਲਾ, ਇਹ ਵੀ ਸਟੇਟਾਂ ਦੇ ਪਾਰਟ ਤੇ ਵੀ ਤੇ ਕੇਂਦਰ ਦੇ ਪਾਰਟ ਤੇ, ਕਿਉਂ ਸੈਂਟਰ ਨੂੰ ਤੁਸੀਂ ਲੀਵਰੇਜ ਦੇ ਰਹੇ ਹੋ। ਇਹ ਤੇ ਸੈਂਟਰ ਜਿਹੜਾ ਹੈ ਉਹ ਸਟੇਟਾਂ ਦੀ ਇਕਨੋਮੀ ਦਿਨੋਂ ਦਿਨ ਰੋਡ ਕਰ ਰਿਹਾ ਹੈ ਤੇ ਅਜੇ ਹੋਰ ਹੋਏਗੀ। ਘੁੰਮਣ ਸਾਹਿਬ, ਇੱਥੇ ਸਵਾਲ ਇਹ ਆ ਕਿ ਹੁਣ ਕੇਂਦਰ ਨੇ ਤਾਂ ਚਲੋ ਆਪਣੇ ਵੱਲੋਂ ਕੱਟ ਮਾਰ ਦਿੱਤਾ, ਪਿਛਲੀਆਂ ਸਰਕਾਰਾਂ ਵੇਲੇ ਵੀ ਲਗਾਤਾਰ ਕਿ ਉਹਨਾਂ ਦੇ ਵੇਲੇ ਕੀ ਚੋਰ ਮੋਰੀਆਂ ਕੋਈ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਨੂੰ ਬੰਦ ਨਹੀਂ ਕੀਤਾ ਗਿਆ, ਉਹਨਾਂ ਦੀ ਵਾਰੀ ਤਾਂ ਕੁਝ ਇਹੋ ਜਿਹਾ ਕਹਿੰਦੇ ਦੇਖਣ ਨੂੰ ਨਹੀਂ ਮਿਲਿਆ। ਪਰ ਕੇਂਦਰ ਦਾ ਰਵੱਈਆ, ਜਿਵੇਂ ਤੁਸੀਂ ਸਪਸ਼ਟ ਕੀਤਾ ਕਿ ਜਿੱਥੇ ਗੈਰ ਜਿਹੜੀ ਹੈ BJP ਸਰਕਾਰ ਆ, ਉੱਥੇ ਇਹੋ ਜਿਹਾ ਦੇਖਣ ਨੂੰ ਮਿਲਦਾ। ਪਰ ਜਦੋਂ ਅਸੀਂ ਫੰਡਾਂ ਨੂੰ ਦੀ ਦੁਰਵਰਤੋਂ ਦੀ ਗੱਲ ਕਰਦੇ ਆ ਤਾਂ ਇਹ ਵੀ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਛੱਡਦੀ ਆ ਕਿ ਆਖਿਰਕਾਰ, ਕਿਉਂਕਿ ਭੇਜਿਆ ਤੇ ਹੈਲਥ ਸਿਸਟਮ ਲਈ ਆ, ਤੇ ਤੁਸੀਂ ਵਰਤ ਕਿਹਦੇ ਲਈ ਰਹੇ ਹੋ। ਭੇਜਿਆ ਤੁਹਾਨੂੰ ਪੇਂਡੂ ਵਿਕਾਸ ਫੰਡ ਦੇ ਤੌਰ ਦੇ ਉੱਤੇ ਆ, ਤੁਸੀਂ ਵਰਤ ਕਿਹਦੇ ਲਈ ਰਹੇ ਹੋ। ਕੀ ਇਹਦੇ ਪ੍ਰਤੀ ਕੋਈ ਜਵਾਬਦੇਹੀ ਨਹੀਂ ਬਣਦੀ ਸੂਬਿਆਂ ਦੀ? ਮੈਂ ਪਹਿਲਾਂ ਵੀ ਇਸ ਬਾਰੇ
ਇੱਕ ਦੋ ਜਗ੍ਹਾ ਗੱਲ ਕੀਤੀ ਹੈ ਕਿ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਵਾਲਾ ਮਸਲਾ ਹੈ ਉਹ ਇਹਨਾਂ ਨਾਲੋਂ ਬਿਲਕੁਲ ਵੱਖਰਾ ਹੈ। ਵੱਖਰਾ ਇਨ ਦਾ ਸੈਂਸ ਕਿ ਰੂਰਲ ਡਿਵੈਲਪਮੈਂਟ ਫੰਡ ਦੇ ਵਿੱਚ ਜਿਹੜਾ ਪਤਾ ਲੱਗਿਆ ਕਿ ਪਿਛਲੇ 2 ਸਾਲਾਂ ਤੋਂ ਇਹਨਾਂ ਨੇ ਯੂਸੀ ਜਿਹੜਾ ਜਿਹਨੂੰ ਕਹਿੰਦੇ ਯੂਟਿਲਾਈਜੇਸ਼ਨ ਸਰਟੀਫਿਕੇਟ ਪੰਜਾਬ ਸਰਕਾਰ ਨੇ ਨਹੀਂ ਭੇਜਿਆ। ਇਹ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਜਿਹੜਾ ਫੰਡਸ ਆ ਰਹੇ ਸੀ ਉਹਦੀ ਵਰਤੋਂ ਕਿਤੇ ਹੋਰ ਕੀਤੀ ਜਾ ਰਹੀ ਸੀ, ਭਾਵੇਂ ਪਹਿਲੀ ਸਰਕਾਰਾਂ ਨੇ ਸੰਗਤ ਦਰਸ਼ਨ ਲਈ ਕੀਤੀ, ਇਹਨਾਂ ਨੇ ਭਾਵੇਂ ਹੋਰ ਪੋਪੂਲਿਜ਼ਮ ਲਈ ਕੀਤੀ, ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਯੂਟਿਲਾਈਜੇਸ਼ਨ ਸਰਟੀਫਿਕੇਟ ਨਹੀਂ ਭੇਜੇ। ਦੂਜਾ ਜਿਹੜਾ ਆਰਡੀਐਫ ਸੀ ਉਹਦੇ ਤੇ ਕੇਂਦਰ ਸਰਕਾਰ ਦਾ ਇੱਕ ਹੋਰ ਵੀ ਆਬਜੈਕਸ਼ਨ ਸੀ ਕਿ ਇਹਨਾਂ ਦਾ ਜਿਹੜਾ ਮੰਡੀ ਫੀਸ ਹੈ ਤੇ ਆੜਤੀਏ ਦਾ ਹੈਗਾ ਉਹ ਜ਼ਿਆਦਾ ਹੈ, ਤੇ ਈਵਨ ਟਰਾਂਸਪੋਰਟ ਦਾ ਵੀ ਚਾਰਜਸ ਇਹ ਜ਼ਿਆਦਾ ਪੰਜਾਬ ਗਵਰਨਮੈਂਟ ਦੇ ਰਹੀ ਹੈ। ਸੋ ਇਹ ਰੀਰੈਸ਼ਨਲਾਈਜ਼ ਕਰਨ ਦੀ ਲੋੜ ਹੈ। ਜਿਵੇਂ ਆੜਤੀਆਂ ਵਾਲਾ ਵੀ ਇਹਨਾਂ ਨੇ ਨਵੇਂ ਜਿਹੜਾ ਹੁਣ ਭੇਜਿਆ, ਇਹਨਾਂ ਨੇ ਲਿਮਟ ਸੀਸੀ ਜਿਹੜੀ ਕ੍ਰੈਡਿਟ ਲਿਮਟ ਭੇਜੀ ਆ ਕਣਕ ਖਰੀਦਣ ਲਈ, ਉਹਦੇ ਵਿੱਚ ਤਾਂ ਰੂਰਲ ਡਿਵੈਲਪਮੈਂਟ ਫੰਡ ਦਾ ਜ਼ਿਕਰ ਹੀ ਕੋਈ ਨਹੀਂ। ਉਹਦੇ ਵਿੱਚ ਆੜਤੀਆਂ ਦਾ ਕਮਿਸ਼ਨ ਵੀ ਇਹਨਾਂ ਨੇ 2% ਕਰ ਦਿੱਤਾ ਤੇ ਮੰਡੀ ਫੀਸ ਵੀ 2% ਕਰ ਦਿੱਤੀ। ਸੋ ਇਸ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਅਜੇ ਤੱਕ ਵੀ ਪ੍ਰੋਪਰ ਯੂਟਿਲਾਈਜੇਸ਼ਨ ਸਰਟੀਫਿਕੇਟ ਜਿਹੜਾ ਕੇਂਦਰ ਨੂੰ ਨਹੀਂ ਭੇਜਿਆ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇ ਤੁਸੀਂ ਜਿਹੜੀਆਂ ਕਾਗਜ਼ੀ ਕਾਰਵਾਈਆਂ ਨੇ ਜਾਂ ਫੰਡਸ ਯੂਜ਼ ਕਰਕੇ ਉਹਨਾਂ ਦੀ ਵਰਤੋਂ ਦਾ ਸਰਟੀਫਿਕੇਟ ਨਹੀਂ ਭੇਜੋਗੇ ਤਾਂ ਇਹਦਾ ਮਤਲਬ ਹੈ ਕਿ ਫੰਡਸ ਦੇਣ ਵਾਲੀ ਅਥਾਰਟੀ ਇਸ ਤੇ ਰੋਕ ਲਾ ਸਕਦੀ ਹੈ ਤੇ ਉਹ ਪੁੱਛ ਸਕਦੀ ਹੈ ਕਿ ਤੁਸੀਂ ਪਹਿਲੇ ਫੰਡਸ ਕਿੱਥੇ ਯੂਜ਼ ਕੀਤੇ, ਕੀ ਜਿਸ ਕੰਮ ਲਈ ਭੇਜੇ ਸੀ ਉਹ ਉਸ ਕੰਮ ਲਈ ਯੂਜ਼ ਕੀਤੇ ਕਿ ਨਹੀਂ ਕੀਤੇ। ਇਹ ਇੱਕ ਵੱਡਾ ਸਵਾਲ ਹੈ। ਪਰ ਮੈਨੂੰ ਲੱਗਦਾ ਕਿ ਇੱਥੇ ਵੀ ਇੱਕ ਇਸ਼ੂ ਜਿਹੜਾ ਉਹ ਅੱਜ ਵਾਲੇ ਇਸ਼ੂ ਨਾਲ ਰਿਲੇਟਡ ਜਿਹੜਾ ਉਹ ਉਹਨਾਂ ਨੇ ਕੇਂਦਰ ਸਰਕਾਰ ਨੇ ਰੇਜ਼ ਕੀਤਾ ਕਿ ਅਸੀਂ ਤਾਂ ਤੁਹਾਨੂੰ ਜਿਹੜਾ ਹੈ ਆਯੁਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਵਾਸਤੇ ਪੈਸੇ ਭੇਜੇ ਸੀ, ਤੁਸੀਂ ਉਹ ਮੁਹੱਲਾ ਕਲੀਨਿਕ ਖੋਲੀ ਜਾਂਦੇ ਹੋ ਉਸ ਪੈਸੇ ਨਾਲ, ਤੁਸੀਂ ਉੱਤੇ ਸੀਐਮ ਦੀ ਫੋਟੋ ਲਾਈ ਜਾਂਦੇ ਹੋ। ਸੋ ਇਹ ਜਿਹੜਾ ਸਿਲਸਿਲਾ ਹੈ ਇਹ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤੇ ਜੇ ਮੁਹੱਲਾ ਕਲੀਨਿਕ ਖੋਲਣੀਆਂ ਨੇ ਤਾਂ ਆਪਣੇ ਬਲਬੋਤੇ ਤੇ ਖੋਲੋ, ਤੁਸੀਂ ਹੋਰ ਖੋਲੋ। ਇਹਨਾਂ ਨੂੰ ਇਹ ਸਗੋਂ ਹੈਲਥ ਸਿਸਟਮ ਹੋਰ ਵੀ ਵਧੀਆ ਹੋਏਗਾ ਕਿ ਵੈਲਨੈਸ ਵਾਲੇ, ਜਾਂ ਫਿਰ ਜੇ ਤੁਸੀਂ ਵੈਲਨੈਸ ਵਾਲੇ ਪੈਸੇ ਨੂੰ ਯੂਜ਼ ਕਰਨਾ ਹੈ ਆਯੁਸ਼ਮਾਨ ਭਾਰਤ ਵਾਲੇ ਨੂੰ, ਤਾਂ ਫਿਰ ਕੇਂਦਰ ਸਰਕਾਰ ਤੋਂ ਪਰਮਿਸ਼ਨ ਲੈ ਲਓ। ਹੋ ਸਕਦਾ ਕੇਂਦਰ ਸਰਕਾਰ ਨੂੰ ਇਹ ਵੀ ਇਤਰਾਜ਼ ਹੋਵੇ ਕਿ ਸੀਐਮ ਦੀ ਫੋਟੋ ਕਿਉਂ ਲੱਗਦੀ ਹੈ, ਹਾਲਾਂਕਿ ਪੀਐਮ ਦੀ ਫੋਟੋ ਜਿੱਥੇ ਮਰਜ਼ੀ ਲਾ ਲਓ। ਕਿਉਂਕਿ ਈਵਨ ਤੁਹਾਡੇ ਯਾਦ ਹੋਏਗਾ ਕਰੋਨਾ ਦੇ ਪੀਰੀਅਡ ਜਿਹੜੇ ਸਰਟੀਫਿਕੇਟ ਵੀ ਉੱਥੇ ਵੀ ਪੀਐਮ ਦੀ ਫੋਟੋ ਲੱਗਦੀ, ਬਾਅਦ ਵਿੱਚ ਰਿਮੂਵ ਹੋਈ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਦੋਵੇਂ ਇਸ਼ੂ ਨੇ ਕਿ ਸਟੇਟਾਂ ਵੀ ਜਿਸ ਕੰਮ ਲਈ ਸੈਂਟਰ ਪੈਸੇ ਦੇ ਰਿਹਾ, ਕੁਛ ਹੁੰਦਾ ਕਿ ਜਿਵੇਂ 42% ਜਿਹੜਾ ਟੋਟਲ ਜਿਹੜਾ ਆਉਣਾ ਹੁੰਦਾ ਇਨਕਮ ਟੈਕਸ ਜਾਂ ਹੋਰ ਡਾਇਰੈਕਟ ਟੈਕਸ ਇਕੱਠੇ ਹੋਣੇ ਹੁੰਦੇ, ਉਹਦੇ ਚੋਂ 42% ਸਟੇਟਾਂ ਨੂੰ ਆਉਣਾ ਹੁੰਦਾ। GST ਤਾਂ ਸਿੱਧਾ ਹੀ ਸਟੇਟਾਂ ਕੋਲ 50% ਆ ਜਾਂਦਾ ਹੈ। ਸੋ ਉਹ ਜੇ ਅਨਟਾਈਡ ਹੈ, ਜਿਹਦੇ ਨਾਲ ਕੋਈ ਸ਼ਰਤ ਨਹੀਂ ਹੈ ਕਿ ਇਹ ਪੈਸਾ ਤੁਸੀਂ ਆਪਣੀ ਮਰਜ਼ੀ ਨਾਲ ਸਟੇਟਾਂ ਆਪਣੀ ਮਰਜ਼ੀ ਨਾਲ ਖਰਚਣ, ਉੱਥੇ ਕੇਂਦਰ ਨੂੰ ਕੋਈ ਸਰਕਾਰ ਉਹ ਇਤਰਾਜ਼ ਨਹੀਂ ਹੁੰਦਾ। ਪਰ ਜਿਹੜੇ ਟਾਈਡ ਹੈ ਤੇ ਤੁਸੀਂ ਇਹ ਕਹਿ ਕੇ ਲੈਂਦੇ ਹੋ ਕਿ ਇਸ ਕੰਮ ਲਈ ਅਸੀਂ ਪੈਸਾ ਲਿਆ, ਜਾਂ ਕੇਂਦਰ ਇਹ ਕਹਿੰਦਾ ਕਿ ਇਸ ਕੰਮ ਲਈ ਅਸੀਂ ਪੈਸਾ ਦਿੱਤਾ, ਤਾਂ ਉਹਦੀ ਵਰਤੋਂ ਉਸ ਕੰਮ ਲਈ ਕਰਨੀ। ਪਿੱਛੇ ਜੇ ਤੁਹਾਡੇ ਜਿਹੜਾ ਸਕਾਲਰਸ਼ਿਪ ਦਾ ਕਿੰਨਾ ਰੌਲਾ ਪਿਆ, ਜਿਹੜਾ SC ST ਸਕਾਲਰਸ਼ਿਪ ਸੀ ਉਹਦਾ ਕਿੰਨਾ ਰੌਲਾ ਪਿਆ, ਉਹਦੇ ਵਿੱਚ ਵੀ ਇਸ ਕਿਸਮ ਦਾ ਇਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਇਹ ਉਹਨਾਂ ਨੂੰ ਇਸ ਲਈ ਨਹੀਂ ਦਿੱਤਾ ਗਿਆ ਕਿ ਜਾਂ ਤਾਂ ਇਹ ਆਪਣਾ ਕਿਤੇ ਹੋਰ ਯੂਟਿਲਾਈਜ਼ ਕਰ ਲਿਆ, ਜਾਂ ਮਤਲਬ ਤੁਸੀਂ ਆਪਣਾ ਹਿੱਸਾ ਨਹੀਂ ਪਾਇਆ। ਸੋ ਇਹ ਸਾਰਾ ਕੁਝ ਜਿਹੜਾ ਇਹ ਕਾਫੀ ਠੀਕ ਹੈ, ਤੇ ਸਟੇਟਾਂ ਨੂੰ ਵੀ ਆਪਣਾ ਜਿਹੜਾ ਘਰ ਹੈ ਉਹ ਠੀਕ ਕਰਨ ਦੀ ਲੋੜ ਹੈ। ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਪਹਿਲਾਂ, ਕਿ ਬਹੁਤ ਸਾਲ ਪਹਿਲਾਂ 2000 ਉਦੋਂ ਕਾਂਗਰਸ ਵੇਲੇ ਦੀ ਸਰਕਾਰ ਸੀ, 2002 ਤੋਂ 7 ਦੀ ਗੱਲ ਹੈ। ਕੇਂਦਰ ਸਰਕਾਰ ਨੇ ਉਦੋਂ ਉਸ ਵੇਲੇ ਦੀ ਕੇਂਦਰ ਸਰਕਾਰ ਨੇ ਇਹਨਾਂ ਨੂੰ 25,000 ਕਰੋੜ ਰੁਪਈਆ ਫਾਰਮਰ ਸੁਸਾਈਡਸ ਲਈ ਦਿੱਤਾ ਸੀ ਓਵਰਆਲ ਸਾਰੇ ਹਿੰਦੁਸਤਾਨ ਦੇ ਵਿੱਚ। ਪੰਜਾਬ ਨੂੰ ਕੋਈ ਪੈਸਾ ਨਹੀਂ ਮਿਲਿਆ ਤੇ ਪੰਜਾਬ ਨੇ ਡੇਟਾ ਹੀ ਨਹੀਂ ਸੀ ਭੇਜਿਆ। ਉਦੋਂ ਪੰਜਾਬ ਨੇ ਕਿਹਾ ਸਾਡੇ ਕੋਈ ਸੁਸਾਈਡ ਹੀ ਨਹੀਂ ਹੋਏ, ਹਾਲਾਂਕਿ ਉਦੋਂ 2,500 ਦੇ 2-2,500 ਦੇ ਕਰੀਬ ਸੁਸਾਈਡ ਹੋ ਚੁੱਕੇ ਸੀਗੇ। ਪੰਜਾਬ ਨੇ ਡੇਟਾ ਨਹੀਂ ਭੇਜਿਆ। ਫਿਰ ਆਈ ਅਕਾਲੀ ਸਰਕਾਰ, ਅਕਾਲੀ ਸਰਕਾਰ ਨੇ ਆਪਣੇ ਡੀਸੀਆਂ ਨੂੰ ਕਿਹਾ ਤੇ ਡੀਸੀਆਂ ਨੇ ਤਹਿਸੀਲਦਾਰ ਨੇ ਅੱਗੇ ਪਟਵਾਰੀਆਂ ਤੋਂ ਡੇਟਾ ਲੈ ਕੇ 32 ਕਹਿੰਦੇ ਸੁਸਾਈਡ, ਫਿਰ ਵੀ ਨਹੀਂ। ਸੋ ਇਸ ਕਰਕੇ ਜੇ ਤੁਸੀਂ ਪ੍ਰੋਪਰ ਇਨਫੋਰਮੇਸ਼ਨ ਡੇਟਾ ਡੇਟਾ ਨਹੀਂ ਭੇਜੋਗੇ, ਕੇਸ ਬਿਲਡ ਨਹੀਂ ਕਰੋਗੇ, ਤਾਂ ਤੁਹਾਨੂੰ ਕੇਂਦਰ ਤੋਂ ਪੈਸੇ ਨਹੀਂ ਮਿਲਣਗੇ।
ਸੋ ਇਹ ਜਿਹੜਾ ਕੰਮ ਹੈ ਉਹ ਵੀ ਨਾਲ ਕਰਨਾ ਚਾਹੀਦਾ ਹੈ। ਕਿੱਥੇ ਦਾ ਇੱਕ ਸਮਾਂ ਸੀ ਕਿ ਪੰਜਾਬ ਦੂਜੀਆਂ ਸਟੇਟਾਂ ਦਾ ਅਨਯੂਟਿਲਾਈਜ਼ਡ ਫੰਡ ਫਰਵਰੀ ਮਾਰਚ ਯੂਜ਼ ਕਰ ਲੈਂਦਾ ਸੀ, ਲਿਆਂਦਾ ਸੀ। ਹੁਣ ਇਹ ਆਪਣਾ ਵੀ ਹਿੱਸਾ ਨਹੀਂ ਪਾ ਸਕਦੇ। ਸੋ ਇਹ ਸਟੇਟਾਂ ਦੇ ਵਿੱਚ ਵੀ ਨਿਗਾਰ ਆਇਆ, ਔਰ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਕਿ ਪਹਿਲੀਆਂ ਸਰਕਾਰਾਂ ਵੀ ਕਰਦੀਆਂ ਸੀ, ਉਹ ਵਾਜਬ ਹੈ। ਤੇ ਅਗਲਾ ਸਵਾਲ ਤੁਹਾਡੇ ਦਿਮਾਗ 'ਚ ਵੀ ਆ ਰਿਹਾ ਹੋਏਗਾ, ਮੇਰੇ ਦਿਮਾਗ 'ਚ ਵੀ ਆ ਰਿਹਾ ਹੈ ਕਿ ਭਾਈ ਜੇ ਸਟੇਟਾਂ ਜਿਵੇਂ ਹੁਣ ਏਦਾਂ ਰੈਵਨਿਊ ਡੈਫਿਸਿਟ ਚੱਲਦਾ ਰਿਹਾ ਤਾਂ ਫਿਰ ਕੰਮ ਕਿਵੇਂ ਚੱਲੂਗਾ? ਠੀਕ ਹੈ ਨਾ? ਜੀ ਜੀ। ਸੋ ਵਿੱਤੀ ਸਾਧਨ ਹੈ ਉਹ ਠੀਕ ਕਰਨ ਦੀ ਲੋੜ ਹੈ। ਤੇ ਹੁਣ ਵੀ ਇਸ ਵੇਲੇ ਵੀ GST ਦੇ ਵਿੱਚ ਕਹਿੰਦੇ ਵਾਧਾ ਹੋਇਆ, ਪਰ ਨਾ ਇਹ ਨਹੀਂ ਦੱਸਦੇ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਵਾਧਾ ਹੋਇਆ। ਇਹ ਨਹੀਂ ਦੱਸਦੇ ਕਿ ਸਾਡੇ ਨਾਲੋਂ ਕਈ ਸਟੇਟਾਂ 'ਚ ਜ਼ਿਆਦਾ ਵਾਧਾ ਹੋਇਆ। ਜਿਹੜਾ ਅਸੀਂ ਆਪਾਂ ਕਹਿ ਲੈਂਦੇ ਹਾਂ ਕਿ ਸਾਡਾ ਜਿਹੜਾ ਅਸੀਂ ਕਹਿੰਦੇ ਹਾਂ ਕਿ ਅਸੀਂ ਐਕਸਾਈਜ਼ 'ਚ ਵਾਧਾ ਕੀਤਾ ਹੈ, ਵਾਧੇ ਦਾ ਸਕੋਪ ਬਹੁਤ ਹੈ। ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਕਰ ਚੁੱਕਿਆ, ਤੁਹਾਡੇ ਮਾਧਿਅਮ ਤੋਂ ਵੀ ਗੱਲ ਕਰ ਚੁੱਕਿਆ ਕਿ 6ਵੇਂ ਫਾਈਨਾਂਸ ਕਮਿਸ਼ਨ ਦੇ ਅੰਕੜੇ ਨੇ, ਜਿਹੜਾ ਕਿ ਸਾਲ ਤੋਂ ਉੱਪਰ ਹੋ ਗਿਆ, ਸਰਕਾਰ ਕੋਲੇ ਰਿਪੋਰਟ ਜਾ ਚੁੱਕੀ ਹੈ, ਸਰਕਾਰ ਨੇ ਉਹ ਅਸੈਂਬਲੀ 'ਚ ਪੇਸ਼ ਵੀ ਨਹੀਂ ਕੀਤੀ। ਉਹਦੇ 'ਚ ਅੰਕੜੇ ਨੇ ਕਿ ਭਾਈ ਬਹੁਤ ਸਕੋਪ ਹੈ ਹੋਰ ਵਿੱਤੀ ਸਾਧਨ ਇਕੱਠੇ ਕਰਨ ਦਾ, ਪਰ ਉਹ ਜਿੰਨੇ ਵਿੱਤੀ ਸਾਧਨ ਹੋਣੇ ਚਾਹੀਦੇ ਉਹਨੇ ਇਕੱਠੇ ਨਹੀਂ ਹੋ ਰਹੇ। ਸੋ ਇਹ ਇੱਕ ਵੱਖਰਾ ਇਸ਼ੂ ਹੈ। ਤੇ ਨਾਲ ਸਟੇਟਾਂ ਨੂੰ ਆਪਣਾ, ਮੈਂ ਕਿਸੇ ਵੀ ਫਰੀ ਬੀ ਦੇ ਜਾਂ ਪੋਪੂਲਿਜ਼ਮ ਦੇ ਉਲਟ ਨਹੀਂ ਹਾਂ, ਪਰ ਸਟੇਟਾਂ ਨੂੰ ਨਾਲ ਦੀ ਨਾਲ ਇਹ ਵੇਖਣ ਦੀ ਲੋੜ ਹੈ ਕਿ ਫਰੀ ਬੀ ਕਿੱਥੇ ਜ਼ਰੂਰੀ ਹੈ ਤੇ ਕਿੱਥੇ ਗੈਰ ਜ਼ਰੂਰੀ ਹੈ। ਸਟੇਟਾਂ ਨੂੰ ਹੋਰ, ਜਿਵੇਂ ਕੇਂਦਰ ਸਰਕਾਰ ਬੁਨਿਆਦੀ ਮਸਲਿਆਂ ਤੋਂ ਜਿਹੜਾ ਧਿਆਨ ਹਟਾਉਣ ਲਈ ਹੋਰ ਇਸ਼ੂ ਲੈ ਕੇ ਆਉਂਦੇ ਨੇ, ਮੈਨੂੰ ਲੱਗਦਾ ਕਿ ਕਈ ਵਾਰੀ ਸਟੇਟਾਂ ਵੀ, ਪੰਜਾਬ ਸਰਕਾਰ ਵੀ ਉਹਦੇ ਵਿੱਚ ਹੀ ਆਉਂਦੀ ਹੈ ਕਿ ਇਹ ਵੀ ਪੰਜਾਬ ਦੇ ਜਿਹੜੇ ਬੁਨਿਆਦੀ ਮਸਲੇ ਆ ਉਹਨਾਂ ਤੋਂ ਧਿਆਨ ਹਟਾਉਣ ਲਈ ਕੁਝ ਹੋਰ ਕਰਦੇ ਰਹਿੰਦੇ ਨੇ। ਸੋ ਇਹ ਕੰਮ ਠੀਕ ਕਰਨ ਦੀ ਲੋੜ ਹੈ। ਜੇ ਇਹ ਨਹੀਂ ਹੁੰਦਾ ਤਾਂ ਇਹਦਾ ਮਤਲਬ ਹੈ ਕਿ ਸਟੇਟਾਂ ਵੀ ਉਸੇ ਤਰ੍ਹਾਂ ਕੰਮ ਕਰ ਰਹੀਆਂ ਨੇ ਜਿਵੇਂ ਕੇਂਦਰ ਕੰਮ ਕਰ ਰਿਹਾ, ਤੇ ਇਹ ਪੋਲੀਟੀਕਲ ਟਸਲ ਵੀ ਜਿਹੜੀ ਹੈ ਉਹ ਚੱਲ ਰਹੀ ਜੀ। ਡਾਕਟਰ ਸਾਹਿਬ, ਇਹਦੇ ਵਿਚਾਲੇ ਇੱਕ ਹੋਰ ਗੱਲ ਖਾਸ ਹੈ ਕਿ ਜਦੋਂ ਇਹ ਹੁੰਦਾ ਕਿ ਪੰਜਾਬ ਜਿਹੜਾ ਉਹ ਆਪਣੀ ਆਮਦਨ ਵਧਾਵੇ, ਪੰਜਾਬ ਨੇ ਆਪਣੇ ਆਮਦਨ ਦੇ ਸਰੋਤ ਜਿਹੜੇ ਨੇ ਉਹ ਕਿੰਨੇ ਕੁ ਖੜੇ ਕੀਤੇ ਨੇ, ਇਹਦੇ ਵਿੱਚ ਇਹ ਵੀ ਗੱਲ ਆਉਂਦੀ ਆ ਕਿ ਮੁੱਖ ਮੰਤਰੀ ਸਾਹਿਬ ਜਦੋਂ ਨਵੇਂ ਬਣੇ ਸੀ ਉਦੋਂ ਜਰਮਨ ਤੱਕ ਗੇੜਾ ਲਾ ਕੇ ਆਏ। ਉਦੋਂ ਇਹਨਾਂ ਨੇ ਕਿਹਾ ਕਿ ਹੁਣ ਵੀ ਲਗਾਤਾਰ ਦਾਅਵੇ ਹੁੰਦੇ ਨੇ, ਫਲੈਕਸਾਂ ਲੱਗੀਆਂ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਆਲੇ ਦੁਆਲੇ ਸਾਰੇ ਕਿਤੇ ਦੇਖੀਆਂ ਜਾ ਸਕਦੀਆਂ ਕਿ ਅਸੀਂ ਪੰਜਾਬ ਦੇ ਵਿੱਚ ਇਨਵੈਸਟ ਪੰਜਾਬ ਦੇ ਜ਼ਰੀਏ ਇੰਨੇ 1000 ਕਰੋੜ ਦਾ ਨਿਵੇਸ਼ ਲੈ ਕੇ ਆ ਰਹੇ ਹਾਂ, ਜਾਂ ਆਉਣ ਵਾਲੇ ਟਾਈਮ ਦੇ ਵਿੱਚ ਫਲਾਣੀ ਜਿਹੜੀ ਇੰਡਸਟਰੀ ਹੈ ਉਹ ਪੰਜਾਬ ਦੇ ਵੱਲ ਨੂੰ ਆ ਰਹੀ ਹੈ, ਪੰਜਾਬ ਚੋਂ ਅਸੀਂ ਇੰਡਸਟਰੀ ਬਾਹਰ ਨਹੀਂ ਜਾਣ ਦਿਆਂਗੇ। ਤਾਂ ਬਹੁਤ ਸਾਰੇ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਆਖਿਰਕਾਰ ਚਲੋ ਠੀਕ ਹੈ, ਪਿਛਲਿਆਂ ਨੇ ਜੋ ਕੀਤਾ ਸੋ ਕੀਤਾ, ਤਾਂ ਇਸ ਸਾਲ 1.5 ਸਾਲ ਦੇ ਸਮੇਂ ਦੇ ਵਿੱਚ ਆਮਦਨ ਦੇ ਸਰੋਤ ਪੰਜਾਬ ਸਰਕਾਰ ਪੈਦਾ ਕਿਉਂ ਨਹੀਂ ਕਰ ਸਕੀ? ਤੇ ਜੇ ਕਰ ਸਕਦੀ ਹੈ ਤਾਂ ਹੋਰ ਕਿਹੜਾ ਜ਼ਰੀਆ ਹੈ ਜੋ ਸਰਕਾਰ ਆਪਣੇ ਪੱਧਰ ਤੇ ਕਰ ਸਕਦੀ ਹੈ? ਜ਼ਰੂਰੀ ਇਹ ਨਹੀਂ ਕਿ ਤੁਸੀਂ ਕਾਰੋਬਾਰੀਆਂ ਵੱਲ ਵੀ ਨਜ਼ਰ ਮਾਰੋ, ਆਪਣੇ ਪੱਧਰ ਦੇ ਉੱਤੇ ਵੀ ਜਿੱਥੇ ਪੈਦਾ ਹੋ ਸਕਦਾ। ਦੇਖੋ, ਦੋ ਗੱਲਾਂ ਹੁੰਦੀਆਂ ਨੇ, ਇੱਕ ਤਾਂ ਖਜ਼ਾਨੇ 'ਚ ਜਿਹੜਾ ਪੈਸਾ ਆਉਣਾ ਚਾਹੀਦਾ ਉਹ ਲਿਆਂਦਾ ਜਾਵੇ, ਦੂਜਾ ਜਿਹੜਾ ਪੈਸਾ ਆਇਆ ਉਹਨੂੰ ਬਿਲਕੁਲ ਜੁਡੀਸ਼ੀਅਸਲੀ ਖਰਚ ਕੀਤਾ ਜਾਵੇ, ਉਹਨੂੰ ਇਸ ਤਰ੍ਹਾਂ ਖਰਚ ਕੀਤਾ ਜਾਵੇ ਕਿ ਮੇਰਾ ਪਰਸਨਲ ਹੈ। ਇਹ ਜਦੋਂ ਇਹ ਮੰਤਰੀ ਜਾਂ ਮੁੱਖ ਮੰਤਰੀ ਅਨਾਉਂਸ ਕਰਦੇ ਨੇ ਤਾਂ ਉਹ ਕਈ ਵਾਰੀ ਭੁੱਲ ਜਾਂਦੇ ਨੇ ਕਿ ਇਹ ਪੈਸਾ ਲੋਕਾਂ ਦਾ ਹੈ ਤੇ ਲੋਕਾਂ ਵਾਸਤੇ ਬਹੁਤ, ਕਿਉਂਕਿ ਰੁਪੀ ਸੇਵ ਇਜ਼ ਮਨੀ ਰੁਪੀ ਅਰਨਡ, ਕਿ ਜੇ ਤੁਸੀਂ ਰੁਪਈਆ ਬਚਾਉਂਦੇ ਹੋ ਤੇ ਰੁਪਈਆ ਤੁਸੀਂ ਇਸੇ ਤਰ੍ਹਾਂ, ਜਿਹੜਾ ਤੁਸੀਂ ਵਾਧੂ ਵਿੱਤੀ ਸਾਧਨਾਂ ਦੀ ਗੱਲ ਕੀਤੀ ਹੈ, ਉਸ ਜਿਹੜਾ 6ਵਾਂ ਫਾਈਨਾਂਸ ਕਮਿਸ਼ਨ ਉਹਦੇ ਵਿੱਚ ਅੰਕੜੇ ਦਿੱਤੇ ਹੋਏ ਨੇ ਕਿ 28,500 ਕਰੋੜ ਰੁਪਈਆ ਹੋਰ ਸਰਕਾਰੀ ਖਜ਼ਾਨੇ 'ਚ ਪੰਜਾਬ 'ਚ ਆ ਸਕਦਾ ਬਿਨਾਂ ਕੋਈ ਨਵਾਂ ਟੈਕਸ ਲਾਉਣ ਤੋਂ। ਔਰ ਉਹਦੇ ਵਿੱਚ ਇਹ ਵੀ ਦਿੱਤਾ ਹੋਇਆ ਡਿਟੇਲ ਵੀ ਕਿੱਥੋਂ ਆ ਸਕਦਾ, GST 'ਚੋਂ ਕਿੰਨਾ ਆ ਸਕਦਾ, ਆਪਣਾ ਐਕਸਾਈਜ਼ 'ਚੋਂ ਕਿੰਨਾ ਆ ਸਕਦਾ, ਜਿਹੜਾ ਚੋਰੀ ਰੋਕ ਕੇ ਬਿਜਲੀ ਦੀ ਉਹ 'ਚੋਂ ਕਿੰਨਾ ਆ ਸਕਦਾ, ਪ੍ਰੋਫੈਸ਼ਨਲ ਟੈਕਸ 'ਚੋਂ ਕਿੰਨਾ ਆ ਸਕਦਾ, ਕੇਬਲ TV 'ਚੋਂ ਕਿੰਨਾ ਆ ਸਕਦਾ, ਮਾਈਨਿੰਗ 'ਚੋਂ ਕਿੰਨਾ ਆ ਸਕਦਾ ਹੈ, ਇਸੇ ਤਰ੍ਹਾਂ ਹੋਰ ਜਿਹੜਾ ਪ੍ਰਾਪਰਟੀ ਟੈਕਸ ਆ ਉਹਦੇ ਵਿੱਚ ਕਿੰਨਾ ਆ ਸਕਦਾ। ਇਹ ਸਾਰਾ ਕੁਛ ਹੈ। ਰੈਵਨਿਊ ਜਿਹੜਾ ਰਜਿਸਟ੍ਰੇਸ਼ਨ ਸਟੈਂਪ ਡਿਊਟੀ ਉਹਦੇ 'ਚ ਇਹ ਸਾਰੀਆਂ ਡਿਟੇਲਸ ਦਿੱਤੀਆਂ ਹੋਈਆਂ ਨੇ। ਪਰ ਕਮਾਲ ਦੀ ਗੱਲ ਹੈ ਕਿ ਸਾਲ ਹੋ ਗਿਆ ਕਮਿਸ਼ਨ ਦੀ ਰਿਪੋਰਟ ਨੂੰ, ਅਜੇ ਤੱਕ ਉਹ ਡਿਸਕਸ ਵੀ ਨਹੀਂ ਹੋਈ ਅਸੈਂਬਲੀ 'ਚ। ਮਤਲਬ ਇਸ ਕਰਕੇ ਇਹ ਸਰਕਾਰ ਤੇ ਵੀ ਇਹ ਸਰਕਾਰ ਅਜੇ ਤੱਕ ਕੰਮ ਇਹ ਕਰ ਰਹੀ ਹੈ
ਕਿ ਅਸੀਂ 25,000 ਨੌਕਰੀਆਂ ਦੇਤੀਆਂ, ਠੀਕ ਹੈ, ਦੇਣੀਆਂ ਚਾਹੀਦੀਆਂ ਨੇ, ਹੋਰ ਵੀ ਦੇਣੀਆਂ ਚਾਹੀਦੀਆਂ ਨੇ। ਲੱਖਾਂ ਜਿਹੜੀਆਂ ਵੈਕੈਂਸੀਜ਼ ਨੇ ਜਾਂ ਹਜ਼ਾਰਾਂ ਵੈਕੈਂਸੀਜ਼ ਸਕੂਲਾਂ 'ਚ ਪਈਆਂ ਨੇ ਅਜੇ, ਇਹ ਭਰਨੀਆਂ ਚਾਹੀਦੀਆਂ ਨੇ, ਅੱਛੀ ਗੱਲ ਹੈ। ਪਰ ਦੂਸਰੇ ਪਾਸੇ 300 ਅਸੀਂ ਕੇਸ ਬਣਾਤੇ ਕਰਪਸ਼ਨ ਦੇ, ਇਹ ਵੀ ਚੰਗੀ ਗੱਲ ਹੈ। ਪਰ ਉਹਦੇ 'ਚੋਂ ਕਿੰਨਿਆਂ ਨੂੰ ਸਜ਼ਾ ਹੋਣੀ ਹੈ, ਉਹਦਾ ਇੱਕ ਮੈਸੇਜ ਭੇਜਣਾ ਹੁੰਦਾ ਹੈ ਕਿ ਕਰਪਸ਼ਨ ਸਿਰਫ ਕੇਸਿਸ ਬਣਾਉਣ ਨਾਲ ਨਹੀਂ ਰੁਕੀ। ਜਿਵੇਂ ਨਸ਼ਾ ਤੁਹਾਡਾ 3,000 ਜਾਂ 20,000 ਜਿਹੜਾ ਪੈਡਲਰ ਨੂੰ ਫੜਨ ਨਾਲ ਨਹੀਂ ਨਾ ਰੁਕਿਆ। ਇਹ ਸਿਸਟਮਿਕ ਇੱਕ ਅਪਰੋਚ ਕਰੋ ਜਿਹਦੇ ਨਾਲ ਤੁਹਾਡੇ ਕਰਪਸ਼ਨ ਰੁਕ ਸਕੇ। ਕਰਪਸ਼ਨ ਰੋਕਣਾ ਚੰਗੀ ਗੱਲ ਹੈ, ਕਿਉਂਕਿ ਕਰਪਸ਼ਨ ਰਾਹੀਂ ਨਾ ਸਿਰਫ ਲੋਕਾਂ ਤੇ ਭਾਰ ਪੈਂਦਾ, ਸਰਕਾਰੀ ਖਜ਼ਾਨੇ ਦੇ ਵਿੱਚ ਜਿਹੜੇ ਡਿਵੈਲਪਮੈਂਟ ਫੰਡਸ ਹੈ ਉਹ ਵੀ ਠੀਕ ਤਰ੍ਹਾਂ ਯੂਜ਼ ਨਹੀਂ ਹੁੰਦੇ। ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਇਨਵੈਸਟਮੈਂਟ ਦੀ, ਪੰਜਾਬ ਦੇ ਵਿੱਚ ਪਿਛਲੇ ਤਕਰੀਬਨ 30 ਸਾਲਾਂ ਤੋਂ ਲਗਾਤਾਰ ਜਿਹੜਾ ਇਨਵੈਸਟਮੈਂਟ GDP ਰੇਸ਼ੋ ਹੈ, ਜਿਹਨੂੰ ਕਹਿੰਦੇ ਆ ਨਿਵੇਸ਼ ਤੇ ਆਮਦਨ ਦਾ ਅਨੁਪਾਤ, ਉਹ ਹਿੰਦੁਸਤਾਨ ਦੀ ਐਵਰੇਜ ਤੋਂ ਬਹੁਤ ਥੱਲੇ, ਕਈ ਵਾਰੀ ਸਾਲਾਂ 'ਚ ਅੱਧਾ ਹੈ। ਐਕਚੁਅਲੀ ਜਿਹੜਾ ਨਿਵੇਸ਼ ਰਾਹੀਂ ਹੀ ਵਿਕਾਸ ਹੋਣਾ, ਨਿਵੇਸ਼ ਰਾਹੀਂ ਹੀ ਤੁਹਾਡਾ ਰੁਜ਼ਗਾਰ ਦੇ ਮੌਕੇ ਪੈਦਾ ਹੋਣੇ ਨੇ। ਤੇ ਨਿਵੇਸ਼ ਕਿੱਥੋਂ ਆਉਣਾ ਹੈ? ਦੋ ਸਰੋਤ ਨੇ ਨਿਵੇਸ਼ ਆਉਣਾ, ਇੱਕ ਤਾਂ ਸਰਕਾਰੀ ਨਿਵੇਸ਼, ਇੱਕ ਗੈਰ ਸਰਕਾਰੀ ਨਿੱਜੀ ਨਿਵੇਸ਼। ਸਰਕਾਰੀ ਨਿਵੇਸ਼ ਜਿਹੜਾ ਹੈ ਉਹ ਤਾਂ ਆਊਗਾ ਜੇ ਸਰਕਾਰ ਕੋਲੇ ਆਪਣੇ ਕੋਲੇ ਕੈਪੀਟਲ ਇਨਵੈਸਟਮੈਂਟ ਲਈ ਕੋਈ ਫੰਡਸ ਹੋਣਗੇ। ਤੁਹਾਡੇ ਜੇ ਤੁਹਾਡਾ ਰੈਵਨਿਊ ਡੈਫਿਸਿਟ ਹੈ, ਰੈਵਨਿਊ ਡੈਫਿਸਿਟ ਬਹੁਤ ਸੀਰੀਅਸ ਮਸਲਾ ਹੁੰਦਾ ਹੈ। ਇਹ ਸ਼ਾਇਦ ਬਹੁਤ ਲੋਕਾਂ ਨੂੰ ਇਹਦੀ ਸੀਰੀਅਸਨੈਸ ਪਤਾ ਨਾ ਹੋਵੇ। ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਰੋਜ਼ਮਰਾ ਦੇ ਜਿਹੜੇ ਕਰੰਟ ਖਰਚੇ ਆ ਉਹ ਵੀ ਉਧਾਰ ਲੈ ਕੇ ਚਲਾ ਰਹੇ ਹੋ। ਤੇ ਪੂੰਜੀਕਰਨ ਜਿਹੜਾ ਇਨਵੈਸਟਮੈਂਟ ਲਈ, ਨਿਵੇਸ਼ ਲਈ ਜੇ ਤੂੰ ਉਧਾਰ ਲਓ ਤਾਂ ਠੀਕ ਹੈ, ਕੋਈ ਗੱਲ ਨਹੀਂ, ਕੋਈ ਮਾੜੀ ਗੱਲ ਨਹੀਂ ਹੈ। ਜੇ ਨਿਵੇਸ਼ ਲਈ ਉਧਾਰ ਲਓਗੇ, ਆਮਦਨ ਵੀ ਜਨਰੇਟ ਹੋਏਗੀ, ਰਿਸੋਰਸਿਸ ਜਨਰੇਟ ਹੋਣਗੇ, ਰੁਜ਼ਗਾਰ ਦੇ ਮੌਕੇ। ਪਰ ਜੇ ਤੁਸੀਂ ਰੋਜ਼ਮਰਾ ਦੇ ਖਰਚਿਆਂ ਲਈ ਉਧਾਰ ਲੈ ਰਹੇ ਹੋ ਤਾਂ ਇਹਦਾ ਮਤਲਬ ਬਹੁਤ ਸੀਰੀਅਸ ਗੱਲ ਹੈ। ਇਸ ਗੱਲ ਨੂੰ ਮੈਂ ਫਿਸਕਲ ਡੈਫਿਸਿਟ ਜਿਹੜਾ ਵਿੱਤੀ ਘਾਟਾ ਉਹਨੂੰ ਨਹੀਂ, ਜਿਹੜਾ ਰੈਵਨਿਊ ਘਾਟਾ ਹੈ ਉਹਨੂੰ ਮੈਂ ਬਹੁਤ ਸੀਰੀਅਸਲੀ ਲੈ ਰਿਹਾ ਕਿ ਰੈਵਨਿਊ ਘਾਟਾ ਨਹੀਂ ਹੋਣਾ ਚਾਹੀਦਾ, ਰੈਵਨਿਊ ਸਰਪਲਸ ਹੋਣਾ ਚਾਹੀਦਾ ਹੈ। ਜੇ ਇਹ ਨਹੀਂ ਹੁੰਦਾ ਤਾਂ ਇਹਦਾ ਮਤਲਬ ਸਰਕਾਰ ਦੀ ਕਾਰਗੁਜ਼ਾਰੀ ਠੀਕ ਨਹੀਂ ਹੈ। ਸੋ ਇਹ ਹੁਣ ਤੁਹਾਡੇ ਕੋਲ, ਸਰਕਾਰ ਕੋਲੇ ਤਾਂ ਨਿਵੇਸ਼ ਲਈ ਪੈਸੇ ਹੈ ਨਹੀਂ ਤੇ ਗੈਰ ਸਰਕਾਰੀ ਨਿਵੇਸ਼ ਲਈ ਮਾਹੌਲ ਨਹੀਂ ਕ੍ਰੀਏਟ ਹੋ ਰਿਹਾ। ਇਨਵੈਸਟ ਫੈਸਟੀਵਲ ਤਾਂ ਲੱਗ ਰਹੇ ਨੇ ਤੇ MOU ਵੀ ਸਾਈਨ ਹੋ ਰਹੇ ਨੇ, ਪਰ ਔਨ ਗਰਾਊਂਡ ਇਸ ਸਰਕਾਰ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਾਂਗਾ ਕਿ ਔਨ ਗਰਾਊਂਡ ਇਹ ਦੇਖੇ ਕਿ ਪਿਛਲੇ ਜਿਹੜੇ 4-5 ਇਨਵੈਸਟ ਫੈਸਟੀਵਲ ਹੋਏ ਨੇ, ਉਸ ਤੋਂ ਬਾਅਦ ਹਰ ਇੱਕ ਦੀ ਸਟੱਡੀ ਕੀਤੀ ਕਿ ਕਿੰਨੇ MOU ਹੋਏ ਸੀ, ਕਿੰਨੇ ਔਨ ਗਰਾਊਂਡ ਇਨਵੈਸਟਮੈਂਟ ਹੋਈ ਹੈ, ਉਹਦਾ ਆਊਟਪੁੱਟ ਕੀ ਹੈ ਤੇ ਆਊਟਕਮ ਕੀ ਹੈ, ਕਿ ਉਹਦੇ ਤੋਂ ਸਟੇਟ ਨੂੰ ਕਿੰਨੀ ਆਮਦਨ ਆਈ ਹੈ, ਰੁਜ਼ਗਾਰ ਦੇ ਮੌਕੇ ਕਿੰਨੇ ਕ੍ਰੀਏਟ ਹੋਣੇ ਨੇ। ਕਿਉਂਕਿ ਇਹ ਲੋਕ ਵੀ ਭੁੱਲ ਜਾਣ ਤੇ ਸਰਕਾਰ ਵੀ ਭੁੱਲ ਜਾਵੇ, ਸਰਕਾਰ ਦਾ ਪਹਿਲੇ ਹੀ ਪੱਲੇ ਝਾੜੀ ਬੈਠਦੀ ਹੈ ਕਿ ਨਾ ਤਾਂ ਸਰਕਾਰੀ ਖੇਤਰ 'ਚ ਤੁਹਾਡਾ ਸਾਰਿਆਂ ਨੂੰ ਨੌਕਰੀਆਂ ਮਿਲਦੀਆਂ ਤੇ ਨਾ ਇਹ ਤੁਹਾਨੂੰ ਸੈਲਫ ਇੰਪਲਾਇਮੈਂਟ ਤੇ ਜਿਹੜੀ ਨਿੱਜੀ ਨਿਵੇਸ਼ ਨਾਲ ਨੌਕਰੀਆਂ ਜਿਹੜੀਆਂ ਉਹ ਮਿਲਦੀਆਂ। ਤੇ ਉਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਪਏਗਾ। ਇਨਵੈਸਟਮੈਂਟ ਫੈਸਟੀਵਲ ਕਰਨ ਨਾਲ ਜਾਂ ਜਰਮਨੀ ਜਾਣ ਨਾਲ ਜਾਂ ਗੱਲਾਂ ਕਰਨ ਨਾਲ ਨਹੀਂ ਇਨਵੈਸਟਮੈਂਟ ਆਉਣੀ। ਇਨਵੈਸਟਮੈਂਟ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕਰਨਾ ਪਏਗਾ, ਜਿਹੜਾ ਕਿ ਬਹੁਤ ਜ਼ਰੂਰੀ ਹੈ। ਸੋ ਇਸ ਵੇਲੇ ਨਾ ਤਾਂ ਜਿੰਨਾ ਨਿੱਜੀ ਨਿਵੇਸ਼ ਦੀ ਲੋੜ ਹੈ ਉਹ ਨਹੀਂ ਆ ਰਿਹਾ, ਘੱਟੋ ਘੱਟ ਦੋ ਗੱਲਾਂ ਕਰਨ ਦੀ ਲੋੜ ਹੈ ਇਸ ਵੇਲੇ ਕਿ ਨੈਸ਼ਨਲ ਐਵਰੇਜ ਦੇ ਤੱਕ ਤਾਂ ਆਪਣੀ ਇਨਵੈਸਟਮੈਂਟ GDP ਰੇਸ਼ੋ ਲਿਜਾਓ, ਤੇ ਦੂਜਾ ਜਿੰਨਾ ਤੁਹਾਡਾ ਬੈਂਕਾਂ 'ਚ ਇੱਥੇ ਪੈਸਾ ਲੋਕਾਂ ਦਾ ਹੋ ਰਿਹਾ ਕ੍ਰੈਡਿਟ ਡਿਪੋਜ਼ਿਟ ਰੇਸ਼ੋ, ਉਹ ਦੇਖੋ ਕਿ ਕਿਤੇ ਉਸ ਹਿਸਾਬ ਨਾਲ ਤੁਹਾਡੇ ਇਨਵੈਸਟਮੈਂਟ ਵੀ ਹੋ ਰਹੀ ਹੈ ਜਾਂ ਉਹ ਕਿਤੇ ਕ੍ਰੈਡਿਟ ਕ੍ਰੀਏਸ਼ਨ ਕਿਤੇ ਹੋਰ ਹੋ ਰਹੀ ਹੈ। ਸੋ ਜਿੰਨਾ ਚਿਰ ਇਹ ਨਹੀਂ ਹੁੰਦਾ ਉਹਨਾਂ ਚਿਰ ਇਹ ਪੰਜਾਬ ਦਾ ਜਿਹੜਾ ਸਿਲਸਿਲਾ ਉਹ ਠੀਕ ਨਹੀਂ ਹੋਣਾ। ਤੇ ਸੈਂਟਰ ਨੂੰ ਵੀ ਚਾਹੀਦਾ ਹੈ ਕਿ ਆਪਣਾ ਇਹ ਰਵੱਈਆ ਬਦਲੇ, ਸਟੇਟਾਂ ਨੂੰ ਇੱਕ ਮਿਊਨਿਸਪੈਲਿਟੀ ਦਾ ਦਰਜਾ ਨਾ ਦੇਵੇ, ਸਟੇਟਾਂ ਨੂੰ ਸਟੇਟਾਂ ਸਮਝਣ। ਤੇ ਜਿਹੜੇ ਪਹਿਲਾਂ ਹੀ ਇਹਨਾਂ ਨੇ ਸਟੇਟਾਂ ਦਾ ਦਰਜਾ ਉਹ ਜਿਹੜਾ ਆਪਣਾ ਨੈਸ਼ਨਲ ਪਲਾਨਿੰਗ ਕਮਿਸ਼ਨ ਹੈ ਉਹ ਬੰਦ ਕਰਕੇ ਨੀਤੀ ਆਯੋਗ ਰਾਹੀਂ ਘਟਾਤਾ, ਫਿਰ GST ਰਾਹੀਂ ਘਟਾਤਾ, ਹੁਣ ਇੱਥੇ ਵੀ ਕਾਫੀ ਕੁਝ ਘਟਾਇਆ ਜਾ ਰਿਹਾ। ਤੇ ਸਟੇਟਾਂ ਨੂੰ ਰਲ ਮਿਲ ਕੇ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜੀਆਂ ਵੀ BJP ਰੂਲਡ ਸਟੇਟ ਵੀ ਹੈ ਨਾ, ਉੱਥੇ ਵੀ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਭਾਈ ਜੇ ਅੱਜ BJP ਕੱਲ ਕੋਈ ਹੋਰ ਵੀ ਹੋ ਸਕਦੀ ਹੈ, ਅੱਜ ਜੇ ਕਾਂਗਰਸ ਹੈ ਕੱਲ ਕੋਈ ਹੋਰ ਵੀ ਹੋ ਸਕਦੀ। ਸੋ ਓਵਰਆਲ ਸਟੇਟਾਂ ਦੀ ਡਿਵੈਲਪਮੈਂਟ ਦਾ, ਸਟੇਟਾਂ ਦੀ ਇਕਨੋਮੀ ਦਾ ਧਿਆਨ ਰੱਖਣ ਦੀ ਲੋੜ ਹੈ ਤੇ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਜਿਹੜੀ ਹੈ ਜ਼ਿੰਮੇਵਾਰੀ ਬਣਦੀ ਹੈ। ਜੀ ਡਾਕਟਰ ਸਾਹਿਬ, ਜਦੋਂ ਅਸੀਂ ਮਤਲਬ ਆਮਦਨ ਘਟਣ ਦੀ ਗੱਲ ਕਰਦੇ ਹਾਂ, ਜਿਵੇਂ ਕਿਹਾ ਕਿ ਤੁਸੀਂ ਕਿਹਾ ਕਿ 6th ਪੇ ਕਮਿਸ਼ਨ ਨੇ ਜਿਹੜੀ ਰਿਪੋਰਟ ਦਿੱਤੀ ਹੋਈ ਹੈ ਉਹਦੇ ਤੇ ਸਰਕਾਰ ਧਿਆਨ ਕਰਨ ਨੂੰ ਤਿਆਰ ਕਮਿਸ਼ਨ ਨੇ
ਉਹ ਹੈ ਪੰਜਾਬ ਸਟੇਟ 6th ਫਾਈਨਾਂਸ ਕਮਿਸ਼ਨ, ਫਾਈਨਾਂਸ, ਸੌਰੀ। ਜਿਹਦੇ ਤਹਿਤ ਪਿੰਡਾਂ, ਪੰਚਾਇਤਾਂ ਨੂੰ ਤੇ ਮਿਊਨਿਸਪਲ ਕਾਰਪੋਰੇਸ਼ਨ, ਅਰਬਨ ਲੋਕਲ ਬਾਡੀਜ਼ ਨੂੰ ਜਿਹੜੇ ਪੈਸੇ ਦੇਣੇ ਹੁੰਦੇ ਨੇ, ਉਹਦੇ ਵਿੱਚ ਉਹ ਤੈਅ ਕਰਦੇ ਨੇ ਕਿ 4% ਜਿਹੜਾ ਇੱਕ ਤਾਂ ਉਹਦਾ ਸੈਂਟਰ ਦਾ ਜਿਹੜਾ ਫਾਈਨਾਂਸ ਕਮਿਸ਼ਨ ਹੈ ਉਹ 'ਚੋਂ ਡਾਇਰੈਕਟ ਪੈਸੇ ਆਣੇ ਹੁੰਦੇ ਆ ਪੰਚਾਇਤਾਂ ਨੂੰ ਤੇ ਮਿਊਨਿਸਪੈਲਿਟੀਜ਼ ਨੂੰ ਜਾਂ ਮਿਊਨਿਸਪਲ ਕਾਰਪੋਰੇਸ਼ਨ ਨੂੰ। ਇੱਕ ਹੁੰਦਾ ਕਿ ਸਟੇਟ ਨੇ ਆਪਣੇ ਸਾਧਨਾਂ ਤੋਂ ਦੇਣੇ ਹੁੰਦੇ ਆ। ਉਹ ਇਸ ਕਮਿਸ਼ਨ ਨੇ ਵੀ ਕੀਤਾ ਕਿ 4% ਆਪਣੇ ਸਾਧਨ ਜਿੰਨੇ ਕ੍ਰੀਏਟ ਉਹ 4% ਪੰਚਾਇਤਾਂ ਤੇ ਮਿਊਨਿਸਪੈਲਿਟੀਆਂ ਨੂੰ ਦਿਓ, ਪਰ ਨਹੀਂ ਦਿੱਤੇ ਪਿਛਲੇ 5 ਕਮਿਸ਼ਨਾਂ ਵੇਲੇ ਵੀ, ਕਿਉਂਕਿ ਇਹ ਕਮਿਸ਼ਨ ਕੰਸਟੀਟਿਊਸ਼ਨਲ ਸੰਵਿਧਾਨਿਕ ਸਟੇਟਸ ਹੈ ਇਹਦਾ। ਜਿਹੜਾ ਫਾਈਨਾਂਸ ਕਮਿਸ਼ਨ ਹੈ ਇਹ ਧਾਰਾ ਸੰਵਿਧਾਨ ਦੀ ਸੋਧ 73 ਤੇ 74 ਦੇ ਤਹਿਤ ਬਣਦੇ ਨੇ, ਹਰ 5 ਸਾਲਾਂ ਬਾਅਦ ਬਣਦੇ ਨੇ, ਜਿਵੇਂ ਸੈਂਟਰਲ ਫਾਈਨਾਂਸ ਕਮਿਸ਼ਨ ਉਹਦੇ ਹਿਸਾਬ ਨਾਲ ਹੀ ਬਣਦੇ ਨੇ। ਸੋ ਇਹਨੂੰ ਬਹੁਤ ਲਾਈਟਲੀ ਲੈਂਦੇ ਨੇ ਤੇ ਪਿਛਲੇ ਸਮੇਂ 'ਚ ਵੀ ਉਸ ਹਿਸਾਬ ਨਾਲ ਪੰਚਾਇਤਾਂ ਨੂੰ ਤੇ ਮਿਊਨਿਸਪੈਲਿਟੀਆਂ ਨੂੰ ਪੈਸੇ ਨਹੀਂ ਦਿੱਤੇ ਗਏ। ਜੀ ਬਿਲਕੁਲ, ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਆ ਕਿ ਇੱਥੇ ਘਾਟਾ ਪੈ ਰਿਹਾ, ਉਹ ਪੈਸਾ ਜਿਹਨੂੰ ਦੁਰਵਰਤੋਂ ਕਿਹਾ ਜਾਂਦਾ ਕਿ ਕੀਤੀ ਜਾ ਰਹੀ ਹੈ, ਠੀਕ ਹੈ, ਇੱਧਰ ਉੱਧਰ ਜਿੱਧਰ ਵੀ ਹੋ ਰਿਹਾ, ਉਹ ਕੀ ਮਤਲਬ ਕਿ ਅਫਸਰਸ਼ਾਹੀ ਜਾਂ ਲੀਡਰਸ਼ਿਪ ਦੀਆਂ ਜੇਬਾਂ 'ਚ ਅੱਜ ਵੀ ਜਾ ਰਿਹਾ, ਜਾਂ ਫਿਰ ਉਹ ਮਤਲਬ ਕਿ ਉਸੇ ਤਰੀਕੇ ਨਾਲ ਕਿ ਸਰਕਾਰ ਜਿਹੜੇ ਫਾਲਤੂ ਖਰਚੇ ਕਰਦੀ ਹੈ ਉਹਨਾਂ ਵਾਲੇ ਪਾਸੇ ਜਾ ਰਿਹਾ? ਦੇਖੋ, ਏਦਾਂ ਹੈ ਕਿ ਸਿਸਟਮ ਨੂੰ ਠੀਕ ਕਰਨ ਲਈ ਟਾਈਮ ਲੱਗਦਾ ਹੈ, ਜੇ ਨੀਅਤ ਹੋਵੇ ਤਾਂ ਠੀਕ ਵੀ ਹੋ ਜਾਂਦਾ। ਇਹ 6ਵਾਂ ਫਾਈਨਾਂਸ ਕਮਿਸ਼ਨ ਇੱਕ ਹੈ ਦੇ ਵਿੱਚ ਅੰਕੜੇ ਲੱਗੇ ਨੇ ਕਿ 28,500 ਕਰੋੜ ਹੋਰ ਆ ਸਕਦਾ ਹੈ, ਤਾਂ ਥੋੜਾ ਬਹੁਤਾ ਕੋਸ਼ਿਸ਼ ਕਰਨ, ਅੱਧਾ ਹੀ ਲੈ ਆਉਣ, 20% ਲੈ ਆਉਣ, 40% ਲੈ ਆਉਣ, ਕੁਛ ਤਾਂ ਕਰਨਾ। ਸਿਰਫ ਇਹ ਕਹਿ ਦੇਣਾ ਕਿ ਐਕਸਾਈਜ਼ 'ਚ ਅਸੀਂ ਕੁਛ ਵਧਾ ਲਿਆ, ਸਟੈਂਪ ਰਜਿਸਟ੍ਰੇਸ਼ਨ ਵਿੱਚ ਕੁਛ ਵਧਾ ਲਿਆ, ਇਹ ਠੀਕ ਹੈ, ਅੱਛੀ ਗੱਲ ਹੈ, ਵਧਾਉਣੇ ਚਾਹੀਦੇ ਨੇ, ਪਰ ਇਹ ਸੀਰੀਅਸਲੀ ਕੰਮ ਕਰਨ ਦੀ ਲੋੜ ਹੈ। ਇਹ ਮੈਂ ਤਾਂ ਕਹਿੰਦਾ ਕਿ ਇੱਕ ਕਮਿਸ਼ਨ ਐਸਟੈਬਲਿਸ਼ ਹੋਵੇ ਕਿ ਪੰਜਾਬ ਦੇ ਵਿੱਚ ਕਿੰਨੇ ਰਿਸੋਰਸਿਸ ਦਾ ਪੋਟੈਂਸ਼ੀਅਲ ਹੈ ਸਰਕਾਰ ਕੋਲੇ ਆਉਣ ਦਾ, ਤੇ ਕਿੰਨਾ ਪੋਟੈਂਸ਼ੀਅਲ ਹੈ ਜਿਹੜਾ ਉਹ ਆ ਰਿਹਾ, ਤੇ ਕਿੰਨਾ ਹੋਰ ਲਿਆਂਦਾ ਜਾ ਸਕਦਾ ਤੇ ਕਿਵੇਂ ਲਿਆਂਦਾ ਜਾ ਸਕਦਾ। ਜਿੰਨਾ ਚਿਰ ਇਹ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਹੋਣਾ, ਕਿਉਂਕਿ ਸਿਸਟਮ ਜਿਹੜਾ ਤੁਸੀਂ ਬਿਊਰੋਕ੍ਰੇਸੀ ਦੀ ਵੀ ਗੱਲ ਕੀਤੀ ਹੈ, ਜਾਂ ਟੈਕਸ ਕਲੈਕਟਿੰਗ ਮਸ਼ੀਨਰੀ ਦੀ ਵੀ ਗੱਲ ਕੀਤੀ ਹੈ, ਜਾਂ ਪੋਲੀਟੀਕਲ ਲੀਡਰਸ਼ਿਪ ਦੀ ਵੀ ਗੱਲ ਕੀਤੀ ਹੈ, ਉਹ ਅੱਜ ਵੀ ਉਹਨਾਂ ਉਸ ਤਰ੍ਹਾਂ ਤਰੱਦਦ ਨਹੀਂ ਕਰ ਰਹੇ ਜਿੰਨਾ ਪੈਸਾ ਉਹਨਾਂ ਕੋਲ ਆਉਣਾ ਚਾਹੀਦਾ। ਤੇ ਜੇ ਨਹੀਂ ਹੈ ਤਾਂ ਇਹਦਾ ਮਤਲਬ ਹੈ ਕਿ ਫਿਰ ਤਾਂ ਪੋਲੀਟੀਕਲ ਲੀਡਰਸ਼ਿਪ ਕੋਲ ਵੀ ਪੈਸਾ ਜਾਊਗਾ, ਫਿਰ ਬਿਊਰੋਕ੍ਰੇਸੀ ਕੋਲ ਵੀ ਜਾਊਗਾ, ਫਿਰ ਜਿਨ੍ਹਾਂ ਨੇ ਵੱਡੇ ਵੱਡੇ ਟੈਕਸ ਦੇਣੇ, ਚੋਰੀ ਕਰਨੇ, ਉਹਨਾਂ ਕੋਲ ਵੀ ਰਹੇਗਾ। ਸੋ ਇਹ ਜਿਹੜਾ ਸਿਲਸਿਲਾ ਹੈ, ਈਵਨ ਜਿਹੜਾ ਡਿਵੈਲਪਮੈਂਟ ਫੰਡਸ ਪਿੰਡਾਂ ਤੱਕ, ਸ਼ਹਿਰਾਂ ਤੱਕ ਜਾਂਦੇ ਨੇ, ਉਹਨਾਂ ਵਿੱਚ ਪਿਲਫਰੇਜ ਹੁੰਦੀ ਹੈ, ਤੁਹਾਡੀ ਸੋਸ਼ਲ ਵੈਲਫੇਅਰ ਸਕੀਮਾਂ ਦੇ ਵਿੱਚ ਪਿਲਫਰੇਜ ਹੁੰਦੀ ਹੈ, ਕਿਉਂਕਿ ਕਰਪਸ਼ਨ ਵੀ ਇੱਕ ਬਹੁਤ ਵੱਡਾ ਮੁੱਦਾ ਹੈ। ਪਰ ਸਿਸਟਮਿਕ ਅਪਰੋਚ ਕਰਨ ਨਾਲ ਹੋਏਗਾ। ਕੇਸਿਸ ਫੜਨੇ, ਡਰਾਵਾ ਦੇਣਾ ਅੱਛੀ ਗੱਲ ਹੈ, ਮੈਂ ਇਸ ਦੇ ਉਲਟ ਨਹੀਂ ਹਾਂ, ਪਰ ਜਿੰਨਾ ਚਿਰ ਤੱਕ ਤੁਸੀਂ ਇੱਕ ਇਹ ਨਹੀਂ ਫੈਸਲਾ ਕਰੋਗੇ ਅਗਲੀ ਵਾਰੀ 4 ਸਾਲਾਂ ਬਾਅਦ, 4 ਸਾਲ ਰਹਿ ਗਏ ਹੁਣ ਇਹਨਾਂ ਦੇ, ਕਿ 4 ਸਾਲਾਂ ਬਾਅਦ ਸਾਡੀ ਸਰਕਾਰ ਆਵੇ ਨਾ ਆਵੇ, ਅਸੀਂ ਪੰਜਾਬ ਦਾ ਪੂਰੀ ਤਰ੍ਹਾਂ ਕਾਇਆਕਲਪ ਕਰਨੀ ਹੈ, ਜੇ ਤਾਂ ਇਸ ਤਰ੍ਹਾਂ ਕੰਮ ਕਰਨੇ। ਪਰ ਪੋਲੀਟੀਕਲ ਪਾਰਟੀਆਂ ਨੂੰ ਤਾਂ ਇੱਕ ਇਲੈਕਸ਼ਨ ਤੋਂ ਦੂਜੇ ਇਲੈਕਸ਼ਨ ਤੱਕ ਹੁੰਦਾ, ਫਿਰ ਇਹਨਾਂ ਨੇ ਉਹ ਦੂਜੀਆਂ ਸਟੇਟਾਂ 'ਚ ਵੀ ਦਿਖਾਉਣਾ ਹੁੰਦਾ ਕਿ ਅਸੀਂ ਆਹ ਕਰਤਾ, ਉਹ ਕਰਤਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸੀਰੀਅਸ ਕੰਮ ਕਰਨ ਦੀ ਲੋੜ ਹੈ। ਪੰਜਾਬ ਜਿਹੜਾ ਇਸ ਵੇਲੇ ਕ੍ਰਾਸ ਰੋਡ ਤੇ ਹੈ, ਭਾਵੇਂ ਨਸ਼ਿਆਂ ਦੀ ਗੱਲ ਹੋਵੇ, ਭਾਵੇਂ ਬੇਰੁਜ਼ਗਾਰੀ ਦੀ ਗੱਲ ਹੋਵੇ, ਭਾਵੇਂ ਬਾਹਰ ਲੋਕਾਂ ਦੇ ਜਾਣ ਦੀ ਗੱਲ ਹੋਵੇ। ਤੁਹਾਡੀਆਂ ਆ ਜਿਹੜੇ ਹੁਣ ਔਰਤਾਂ ਦੇ ਬਾਰੇ ਆ ਰਿਹਾ ਅਖਬਾਰਾਂ 'ਚ, ਮਸਕਟ ਤੋਂ ਜਾਂ ਦੁਬਈ ਤੋਂ ਜਾਂ ਹੋਰ, ਇਹ ਉਸੇ ਸਿਸਟਮ ਦੇ ਵਿੱਚੋਂ ਉਪਜੀ ਹੋਈ ਬਿਮਾਰੀ ਹੈ। ਤੁਹਾਡੇ NRI ਵਾਈਫਸ, NRI ਵਿਡੋਜ਼ ਵਿਆਹੀਆਂ ਹੋਈਆਂ ਨੇ ਪਰ ਉਹ ਵਿਡੋ ਨੇ, ਉਹ ਵੀ ਉਸੇ ਸਿਸਟਮ ਦੀ ਬਿਮਾਰੀ ਹੈ। ਤੁਹਾਡਾ ਜਿਹੜਾ ਯੂਥ ਹੈ ਉਹ 40-40 ਲੱਖ ਰੁਪਇਆ ਦੇ ਕੇ, 25-25 ਲੱਖ ਰੁਪਇਆ ਦੇ ਕੇ ਏਜੰਟਾਂ ਨੂੰ ਭਰ ਜਾ ਰਹੇ। ਤੁਸੀਂ ਜਦੋਂ ਤੁਹਾਡੇ ਪ੍ਰੋਬਲਮ ਕ੍ਰੀਏਟ ਹੁੰਦੀ ਉਦੋਂ ਤੁਸੀਂ ਏਜੰਟਾਂ ਨੂੰ 4 ਨੂੰ ਫੜ ਲੈਂਦੇ ਹੋ। ਤੁਸੀਂ ਕਿਉਂ ਨਹੀਂ ਇੱਕ ਸਰਵੇ ਕਰਾਉਂਦੇ ਕਿ ਪੰਜਾਬ ਦੇ ਵਿੱਚ ਕਿਹੜੇ ਲਾਇਸੈਂਸ ਦਾ ਏਜੰਟ ਨੇ, ਕਿਹੜੇ ਦੂਸਰੇ ਨੇ? ਕਿਉਂ ਨਹੀਂ ਉਹਨਾਂ ਦਾ ਟਾਈਮ ਟੂ ਟਾਈਮ ਉਹਨਾਂ ਦਾ ਸਰਵੇਖਣ ਕਰਦੇ ਰਹਿੰਦੇ? ਇਸੇ ਤਰ੍ਹਾਂ ਹੋਰ ਨਜਾਇਜ਼ ਜਿੱਥੇ ਸਾਰੀਆਂ ਵੀ ਹੁੰਦੀਆਂ ਨੇ ਜਾਂ ਹੋਰ ਕਬਜ਼ੇ ਹੁੰਦੇ ਨੇ, ਉਹ ਜਦੋਂ ਤਾਂ ਹੁੰਦੀਆਂ ਨੇ ਉਦੋਂ ਪ੍ਰਸ਼ਾਸਨ ਵੀ ਅੱਖਾਂ ਮੀਟ ਲੈਂਦਾ, ਪੋਲੀਟੀਕਲ ਪਾਰਟੀਆਂ ਦੇ ਕਈ ਵਾਰੀ ਲੀਡਰ ਉਹਨਾਂ ਦੀ ਸਪੋਰਟ ਕਰਦੇ ਨੇ, ਤੇ ਜਦੋਂ ਮੁੜ ਕੇ ਕਹਿੰਦੇ ਜੀ ਅਸੀਂ ਆਹ ਖਾਲੀ ਕਰਾ ਲਿਆ, ਅਸੀਂ ਉਹ ਖਾਲੀ। ਭਾਈ ਮੈਂ ਨਹੀਂ ਕਹਿੰਦਾ ਕਿ ਤੁਹਾਡੇ ਤੋਂ ਪਹਿਲਾਂ ਦੇ ਹੋਏ ਹੋਣ, ਪਰ ਹੁਣ ਤੁਸੀਂ ਅੱਗੇ ਤੋਂ ਨਾ ਹੋਣ ਦਿਓ, ਨਵੇਂ ਨਾ ਹੋਣ ਦਿਓ। ਸੋ ਬਹੁਤ ਕੁਛ ਜਿਹੜਾ ਹੈ ਉਹ ਸੋਧਣ ਦੀ ਲੋੜ ਹੈ,
ਤੇ ਇਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਪੁਰਜੋਰ ਅਪੀਲ ਕਰਾਂਗਾ ਕਿ ਇਹ ਜੇ ਤੁਸੀਂ ਚਾਹੁੰਦੇ ਹੋ, ਤੁਹਾਨੂੰ ਨਹੀਂ ਵੀ ਇੱਕ ਟਰਮ ਆਓਗੇ ਕੋਈ ਗੱਲ ਨਹੀਂ, ਮੁੜ ਕੇ ਆ ਜਾਓਗੇ ਪਾਵਰ 'ਚ, ਪਰ ਜੇ ਇਸ ਤਰ੍ਹਾਂ ਇਹਨਾਂ ਨੇ ਆਪਣਾ ਮੌਕਾ ਇਹ ਨਾ ਸੰਭਾਲਿਆ ਤਾਂ ਲੋਕ ਬਹੁਤ ਨਿਰਾਸ਼ ਹੋਣਗੇ। ਲੋਕਾਂ ਨੂੰ ਉਮੀਦਾਂ ਬਹੁਤ ਨੇ ਇਹਨਾਂ ਤੋਂ। ਬਿਲਕੁਲ ਬਿਲकुल। डॉक्टर साहब मेरा आखिरी सवाल है कि एक बहुत सीधा जिहा स्पष्ट जिहा सवाल है जिहड़ा मतलब कि आम बंदा भी ਉਹਦੇ ਦਿਮਾਗ 'ਚ ਵੀ ਆਉਂਦਾ ਹੋਣਾ ਕਿ ਜੇ ਇਹ ਰਿਪੋਰਟਾਂ ਇਹ ਗੱਲ ਕਹਿੰਦੀਆਂ ਕਿ ਜਿਸ ਤਰੀਕੇ ਨਾਲ ਸਰਕਾਰਾਂ ਕਰਜ਼ਾ ਚੁੱਕਦੀਆਂ ਨੇ ਜਾਂ ਪਿਛਲੀਆਂ ਨੇ ਚੁੱਕਿਆ ਜਾਂ ਇਹ ਚੁੱਕ ਰਹੇ ਨੇ, ਇਹਨਾਂ ਦੀ ਸਾਲਦਾਰ ਕਿਸ ਤਰੀਕੇ ਦੇ ਨਾਲ ਅੱਗੇ ਵੱਧਦੀ ਜਾ ਰਹੀ ਹੈ, ਤਾਂ ਆਉਂਦੇ 10 ਸਾਲਾਂ ਨੂੰ 2034-35 ਤੱਕ ਦੀ ਗੱਲ ਕੀਤੀ ਜਾ ਰਹੀ ਹੈ ਕਿ 5 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਾ ਪੰਜਾਬ ਦੇ ਸਿਰ ਚੜ ਜਾਏਗਾ। ਸਪਸ਼ਟ ਗੱਲ ਇਹਦੇ ਵਿੱਚ ਥੋੜਾ ਜਿਹਾ ਇਹ ਮਤਲਬ ਕਿ ਤਾਂ ਕਿ ਲੋਕਾਂ ਨੂੰ ਬਿਲਕੁਲ ਸਿੱਧੇ ਪੱਧਰੇ ਤਰੀਕੇ ਨਾਲ ਜਿਹੜੀ ਸਮਝ ਆਵੇ ਕਿ ਜੇ ਪੰਜਾਬ ਦੇ ਸਿਰ ਤੇ 5 ਲੱਖ ਕਰੋੜ ਦਾ ਕਰਜ਼ਾ ਹੁੰਦਾ ਤਾਂ ਇੱਕ ਆਮ ਸਧਾਰਨ ਬੰਦੇ ਨੂੰ ਉਹਦੇ ਨਾਲ ਕੀ ਫਰਕ ਪੈਂਦਾ, ਉਹਦੀ ਜ਼ਿੰਦਗੀ ਤੇ ਜਾਂ ਉਹਦੀ ਆਰਥਿਕਤਾ ਤੇ ਜਾਂ ਓਵਰਆਲ ਜੇ ਪੰਜਾਬ ਦੇ ਸੰਦਰਭ 'ਚ ਦੇਖ ਲਈਏ, ਜਿਵੇਂ ਕਹਿ ਦਿੱਤਾ ਜਾਂਦਾ ਕਿ ਫਲਾਣੇ ਬੰਦੇ ਦੇ ਸਿਰ ਤੇ ਇੰਨਾ ਕਰਜ਼ਾ ਆ ਤੇ ਜੇ ਉਹ ਕਰਜ਼ਾ ਨਾ ਲਾਇਆ ਤੇ ਉਹਨੂੰ ਕੀ ਫਰਕ ਪੈਣਾ। ਜੇ ਪੰਜਾਬ ਦੇ ਸੰਦਰਭ 'ਚ ਕਿਹਾ ਜਾਂਦਾ ਕਿ ਜੀ 5 ਲੱਖ ਕਰੋੜ ਦਾ ਕਰਜ਼ਾ ਆ, ਇੱਕ ਬੰਦੇ ਨੂੰ ਇੰਨਾ ਆਉਂਦਾ, ਜੰਮਦੇ ਬੱਚੇ ਨੂੰ ਇੰਨਾ ਆਉਂਦਾ, ਇਹ ਇਸ ਤਰੀਕੇ ਨਾਲ ਇਹਨੂੰ ਦੱਸਿਆ ਜਾਂਦਾ ਆ, ਜੇ ਇਹਨੂੰ ਏਦਾਂ ਸਮਝਿਆ ਜਾਣਾ ਚਾਹੀਦਾ ਵਾ। ਦੇਖੋ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਨੇ ਕਰਜ਼ਾ ਚੜਾਇਆ ਤੇ ਜਿਸ ਤਰ੍ਹਾਂ ਇਹ ਸਰਕਾਰ ਵੀ ਚੜਾ ਰਹੀ ਹੈ, ਇਹ ਤੁਸੀਂ 34-35 ਤੱਕ 5 ਲੱਖ ਕਰੋੜ ਕੀ ਉਸ ਤੋਂ ਵੱਧ ਵੀ ਸਕਦਾ ਹੈ, ਕਿਉਂਕਿ ਨੈਟ ਕਰਜ਼ਾ ਚੜ ਰਿਹਾ ਹੈ, ਨੈਟ ਕਰਜ਼ਾ ਲੱਥ ਨਹੀਂ ਰਿਹਾ। ਤੇ ਤੁਸੀਂ ਜੇ ਆਮ ਰੋਜ਼ਮਰਾ ਦਾ ਕੰਮ ਵੀ ਕਰਜ਼ਾ ਲੈ ਕੇ ਚਲਾਉਣਾ, ਤਨਖਾਹਾਂ ਜਾਂ ਹੋਰ ਜਾਂ ਇਸ ਤਰ੍ਹਾਂ, ਤਾਂ ਫਿਰ ਇਹ ਹੋਰ ਚੜੇਗਾ। ਉਹ ਮੇਰੇ ਹਿਸਾਬ ਨਾਲ ਤਾਂ 5 ਲੱਖ ਤੋਂ ਵੀ ਜ਼ਿਆਦਾ ਹੋ ਸਕਦਾ। ਇੱਕ ਤਾਂ ਇਹ ਗੱਲ। ਦੂਜੀ, ਇਹਦੀ ਇੰਪਲੀਕੇਸ਼ਨ ਆਮ ਲੋਕਾਂ ਤੇ ਕੀ ਅਸਰ ਪਏਗਾ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਰਿਸੋਰਸਿਸ ਸਰਕਾਰ ਕੋਲ ਇਕੱਠੇ ਹੋ ਕੇ ਖਜ਼ਾਨੇ 'ਚ ਆਣੇ ਨੇ, ਉਹਨਾਂ ਦਾ ਬਹੁਤ ਵੱਡਾ ਹਿੱਸਾ ਜਿਹੜਾ ਕਰਜ਼ੇ ਦਾ ਵਿਆਜ ਤੇ ਕਰਜ਼ੇ ਦਾ ਮੂਲ ਮੋੜਨ ਤੇ ਲੱਗ ਜਾਣਾ। ਅੱਜ ਵੀ 20% ਜਿਹੜਾ ਉਹ ਰੈਵਨਿਊ ਦਾ ਜਾ ਰਿਹਾ ਹੈਗਾ ਵਿਆਜ ਮੋੜਨ ਤੇ, ਟੋਟਲ ਤੁਹਾਡਾ 30-35% ਜਾ ਰਿਹਾ ਹੈ। ਇਮੇਜਿਨ ਕਰੋ 1 ਮਿੰਟ ਕਿ ਇਹ ਨਾ ਜਾ ਰਿਹਾ ਹੋਵੇ ਉੱਧਰ, ਤਾਂ ਫਿਰ ਇਹ ਪੈਸਾ ਇੱਥੇ ਨਿਵੇਸ਼ ਹੋਏਗਾ ਨਾ। ਜਦੋਂ ਨਿਵੇਸ਼ ਹੋਏਗਾ ਤੇ ਸਰਕਾਰ ਦੀ ਆਮਦਨ ਵੀ ਵਧੇਗੀ, ਸੂਬੇ ਦੀ ਆਮਦਨ ਵਧੇਗੀ, ਲੋਕਾਂ ਦੀ ਆਮਦਨ ਵਧੇਗੀ, ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਇੱਕ ਤਾਂ ਉਹ ਹਿੱਸਾ ਹੈ। ਦੂਜਾ, ਜੇ ਸਰਕਾਰ ਦੇ ਕੋਲ ਸਾਧਨ ਹੋਣਗੇ ਤਾਂ ਸਰਕਾਰ ਦਾ ਜੇ ਗਵਰਨਿੰਗ ਸਿਸਟਮ ਵੀ ਠੀਕ ਹੋਏਗਾ। ਤੀਜਾ ਹੈ ਕਿ ਸਰਕਾਰ ਦੇ ਕੋਲ ਜੇ ਪੈਸੇ ਹੋਣਗੇ ਤਾਂ ਉਹ ਆਪ ਇਨਵੈਸਟਮੈਂਟ ਕਰਕੇ ਨਿੱਜੀ ਨਿਵੇਸ਼ ਨੂੰ ਵੀ ਅਟਰੈਕਟ ਕਰ ਸਕਦੀ ਹੈ। ਸੋ ਇਹ ਬਹੁਤ ਇਸ਼ੂਜ਼ ਨੇ। ਇਹ ਇੱਦਾਂ ਨਹੀਂ ਹੈ ਕਿ ਫਿਰ ਤਾਂ ਪੈਸੇ ਇਧਰੋਂ ਇਕੱਠੇ ਕਰੋ ਤੇ ਕਰਜ਼ਾ ਵਾਪਸ ਕਰਦੇ ਰਹੋ। ਸੋ ਇਹ ਇੰਨਾ ਵੱਡਾ ਕਰਜ਼ਾ ਜਿਹੜਾ ਨਾ, ਮੈਨੂੰ ਲੱਗਦਾ ਕਿ ਇਹ ਰੋਡ ਮੈਪ ਤਿਆਰ ਕਰਨ ਦੀ ਲੋੜ ਹੈ ਕਿ ਆਉਣ ਵਾਲੇ 5 ਸਾਲਾਂ 'ਚ, ਫਿਰ ਉਸ ਤੋਂ ਅਗਲੇ 5 ਸਾਲਾਂ 'ਚ ਅਸੀਂ ਕਰਜ਼ੇ ਨੂੰ ਸੇਫ, ਮੈਂ ਨਹੀਂ ਕਹਿੰਦਾ ਕਿ ਇਹ ਨਹੀਂ ਕਿਸੇ ਸਟੇਟ ਤੇ ਨਹੀਂ ਹੁੰਦਾ, ਕਦੀ ਵੀ ਕੋਈ ਕਿਸੇ ਕੰਟਰੀ ਤੇ ਨਹੀਂ ਹੁੰਦਾ, ਹਰ ਕਰਜ਼ਾ ਹੁੰਦਾ ਹੈ, ਪਰ ਉਹਨੂੰ ਸੇਫ ਲਿਮਿਟ 'ਚ ਰੱਖੋ। ਨੰਬਰ 1। ਨੰਬਰ 2, ਜਿਹੜਾ ਰੈਵਨਿਊ ਕਰੰਟ ਐਕਸਪੈਂਡੀਚਰ ਆ ਤੁਹਾਡਾ ਜਿਹੜਾ, ਉਹਦੇ ਵਿੱਚ ਘਾਟਾ ਨਾ ਆਉਣ ਦਿਓ। ਨੰਬਰ 3, ਜਿਹੜੇ ਪੈਸੇ ਤੁਹਾਡੇ ਕੋਲ ਆ ਰਹੇ ਨੇ ਉਹਨੂੰ ਜੁਡੀਸ਼ੀਅਸਲੀ ਖਰਚ ਕਰੋ, ਕੰਸੋਲੀਡੇਟਡ ਫੰਡ 'ਚ ਲਿਆ ਕੇ ਲੈਜਿਸਲੇਟਿਵ ਅਸੈਂਬਲੀ ਦੇ ਰਾਹੀਂ ਖਰਚ ਕਰੋ। ਚੌਥਾ ਹੈ ਕਿ ਤੁਸੀਂ ਇੱਕ ਰੋਡ ਮੈਪ ਤਿਆਰ ਕਰੋ ਕਿ ਆਉਣ ਵਾਲੇ ਸਮੇਂ 'ਚ ਕਿਵੇਂ ਕਰਜ਼ਾ ਅਸੀਂ ਘੱਟ ਕਰਨਾ ਹੈ ਤੇ ਸੇਫ ਲਿਮਿਟਸ ਤੱਕ ਲਿਆਉਣਾ, ਤੇ ਕਿਵੇਂ ਜਿਹੜੀ ਸਟੇਟ ਦੀ ਤੇ ਸਰਕਾਰ ਦੀ ਆਮਦਨ ਕਿਵੇਂ ਵਧਾਉਣੀ ਹੈ। ਇਹ ਸਾਰਾ ਕੁਝ ਕਰਨ ਦੀ ਲੋੜ ਹੈ। ਜੇ ਇਹ ਨਹੀਂ ਹੁੰਦਾ ਤਾਂ ਪੰਜਾਬ ਦਾ ਕਲਿਆਣ ਜਿਸ ਕਿਸਮ ਨਾਲ ਪੰਜਾਬੀ ਇਹਨਾਂ ਤੋਂ ਉਮੀਦ ਕਰ ਰਹੇ ਨੇ, ਉਹ ਨਹੀਂ। ਜੀ, ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ।